ਹੈਲੋ ਸਟੂਡੈਂਟਸ, ਸਵਾਗਤ ਹੈ ਤੁਹਾਡਾ ਸਾਈ-ਫਾਈ ਸਟੱਡੀ ਦੇ ਉੱਪਰ। ਆਪਾਂ ਇਸ ਚੈਨਲ ਉੱਪਰ ETT ਕੇਡਰ ਪੇਪਰ ਸਾਇੰਸ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਮੈਨੂੰ ਉਮੀਦ ਹੈ ਤੁਹਾਡੀ ਸਭ ਦੀ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੋਵੇਗੀ। ਅੱਜ ਆਪਾਂ ਨਿਊ ਟੌਪਿਕ ਸਟਾਰਟ ਕਰਨਾ ਹੈ, ਕਾਰਬਨ ਅਤੇ ਉਸਦੇ ਯੌਗਿਕ। ਜਿਸ ਨੇ ਵੀ ਪਿਛਲੀਆਂ ਵੀਡੀਓਜ਼ ਨਹੀਂ ਦੇਖੀਆਂ ਉਹ ਚੈਨਲ ਉੱਪਰ ਜਾ ਕੇ ਪਲੇਲਿਸਟ ਦੇ ਵਿੱਚ ਵੀਡੀਓਜ਼ ਨੂੰ ਦੇਖ ਸਕਦੇ ਆ। ਅੱਜ ਦਾ ਆਪਣਾ ਟੌਪਿਕ ਹੈਗਾ ਕਾਰਬਨ ਅਤੇ ਉਸਦੇ ਯੌਗਿਕ। देखो, जिस तरह नाल कि आपां नूं पता हैगा कि अपने आले दुआले जिहड़ा एनवायरनमेंट है उहदे विच जिन्नियां भी चीज़ां बनियां होईयां ने उन्हां विच ज़्यादातर क्वांटिटी किहदी पाई जांदी है, कार्बन दी। इस करके आपां एक वखरा चैप्टर जिहड़ा कार्बन दे बारे पढ़दे हां। देखो किहड़ियां चीज़ां दे विच जिवें कहंदे भोजन, कपड़े, दवाइयां, पुस्तकां ते होर बहुत सारियां वस्तुआं ने जिहड़ियां बहुमुखी, मतलब कि बहुत सारियां जिन्हां दे विच कार्बन दे तत्त ने जिहड़े पाए जांदे है, मतलब कि कार्बन ते ही की ने आधारित ने। तो आप पहला कार्बन के बारे जान लीए कि कार्बन की हुंदा है। देखो जिहड़ा कार्बन है इहदा एटॉमिक नंबर की है 6। एटॉमिक नंबर 6 मतलब कि पीरियोडिक टेबल दे विच किन्नवें नंबर ते आउंदा है, 6वें नंबर ते। इसका सैंबल की है सी, मतलब कि आपां डिनोट किहदे नाल करदे हां, सी दे नाल करदे हां। ठीक है जी, यह की है कार्बन के बारे सीगा। कहंदे जिहड़ा कपड़ा वस्तुआं नेगियां उस तो इलावा ਜਿਹੜੀਆਂ ਆਪਣੇ ਕੋਲ ਸੰਜੀਵ ਦੀਆਂ ਰਚਨਾਵਾਂ ਨੇ ਉਹ ਵੀ ਕੀ ਨੇ, ਕਾਰਬਨ ਦੇ ਉੱਪਰ ਆਧਾਰਿਤ ਨੇ। ਮਤਲਬ ਕਿ ਆਪਾਂ ਵੀ ਕੀ ਆ, ਕਾਰਬਨ ਦੇ ਬਣੇ ਹੋਏ ਆ। ਜਿੰਨੇ ਵੀ ਜੀਵ ਜੰਤੂ ਪੇੜ ਪੌਦੇ ਨੇ ਸਭ ਦੇ ਵਿੱਚ ਕੀ ਆ, ਕਾਰਬਨ ਦੀ ਮਾਤਰਾ ਪ੍ਰੈਜ਼ੈਂਟ ਹੁੰਦੀ ਹੈ। ਠੀਕ ਹੈ, ਦੇਖੋ ਜਿਸ ਤਰ੍ਹਾਂ ਕਿ ਆਪਾਂ ਧਰਤੀ ਦੀ ਗੱਲ ਕਰ ਲਈਏ ਤਾਂ ਧਰਤੀ ਦੀ ਜਿਹੜੀ ਪੇਪੜੀ ਹੈ, ਉੱਪਰਲੀ ਪਰਤ ਹੈ ਜਿਹੜੀ, ਤੇ ਵਾਯੂਮੰਡਲ ਹੈ ਜਿਹੜਾ ਆਪਣੇ ਆਲੇ ਦੁਆਲੇ ਗੈਸਾਂ ਦਾ ਜਿਹੜਾ ਗੋਲਾ ਬਣਿਆ ਹੋਇਆ, ਉਹਨਾਂ ਸਭ ਦੇ ਵਿੱਚ ਵੀ ਕੀ ਹੈ, ਕਾਰਬਨ ਆ ਜਿਹੜੀ ਮੌਜੂਦ ਹੈ। ठीक है, जिस तरह कि देखो पेपड़ी दे विच कार्बन किहड़े रूप दे विच मौजूद है, कार्बोनेट्स दे विच, हाइड्रोजन कार्बोनेट्स, कोला, पैट्रोलीयम इस रूप दे विच है जिहड़ी 0.03% कार्बन डाइऑक्साइड दे रूप दे विच इत्थे की है पाई जाती है। ठीक है, जिहड़ी अपने कोले आले दुआले दे विच सिर्फ 0.03% कार्बन पाई जाती है, वो भी कार्बन डाइऑक्साइड की फॉर्म दे विच। इन्नी घट मात्रा दे विच होण दे बावजूद भी ਜਿਹੜੀ ਕਾਰਬਨ ਹੈ ਉਹਦਾ ਐਨਵਾਇਰਨਮੈਂਟ ਦੇ ਵਿੱਚ ਬਹੁਤ ਵੱਡਾ ਰੋਲ ਹੈ, ਬਹੁਤ ਮਹੱਤਵ ਹੈ। ਠੀਕ ਹੈ ਜੀ, ਦੇਖੋ ਇਹ ਕੀ ਹੈ, ਐਨਵਾਇਰਨਮੈਂਟ ਦੇ ਵਿੱਚ ਦਿੱਤਾ ਹੋਇਆ ਆਪਾਂ ਨੂੰ ਕਾਰਬਨ ਸਾਈਕਲ। ਕਿ ਦੇਖੋ ਐਟਮੋਸਫੀਅਰ ਦੇ ਵਿੱਚ ਯਾਨੀ ਕਿ ਗੈਸਾਂ ਦੇ ਵਿੱਚ ਕੀ ਹੁੰਦੀ ਹੈ, CO2 ਹੁੰਦੀ ਹੈ। ਠੀਕ ਹੈ, CO2 ਹੁੰਦੀ ਹੈ। ਇਸ ਤਰ੍ਹਾਂ ਕੀ ਹੈ, CO2 ਦਾ ਚੱਕਰ ਚੱਲਦਾ ਰਹਿੰਦਾ ਕਿ ਇਹਦੇ ਵਿੱਚ ਜਿਹੜੇ ਜੀਵ ਜੰਤੂ ਪਾਣੀ ਦੇ ਵਿੱਚ ਰਹਿੰਦੇ ਆ ਉਹ ਕਾਰਬਨ ਡਾਈਆਕਸਾਈਡ ਨੂੰ ਓਬਜ਼ਰਵ ਕਰਦੇ ਆ। ਠੀਕ ਹੈ, ਉੱਥੋਂ ਕਾਰਬਨ ਦੇ ਕਾਰਬੋਨੇਟਸ, ਹਾਈਡਰੋਜਨ ਕਾਰਬੋਨੇਟਸ ਜਿਹੜੀ ਆਪਣੀਆਂ ਫੈਕਟਰੀਆਂ ਲੱਗੀਆਂ ਹੁੰਦੀਆਂ ਨੇ ਉੱਥੋਂ ਕੀ ਹੈ, ਕਾਰਬਨ ਮੋਨੋਆਕਸਾਈਡ, ਇਸ ਤਰ੍ਹਾਂ ਜਿਹੜੇ ਕਾਰਬਨ ਦੀ ਫੋਰਮ ਵਾਲੀਆਂ ਚੀਜ਼ਾਂ ਰਿਲੀਜ਼ ਹੁੰਦੀਆਂ ਨੇ। ਇਸ ਤਰ੍ਹਾਂ ਕਾਰਬਨ ਦਾ ਜਿਹੜਾ ਪੂਰਾ ਸਾਈਕਲ ਹੈ ਚੱਲਦਾ ਰਹਿੰਦਾ। ਠੀਕ ਹੈ, ਇਹਦਾ ਮਤਲਬ ਆਪਣੇ ਆਲੇ ਦੁਆਲੇ ਦੇ ਵਿੱਚ ਕਾਰਬਨ ਦੀ ਕੀ ਹੋ ਗਈ, ਬਹੁਤ ਜ਼ਿਆਦਾ ਮਹੱਤਤਾ ਹੋ ਗਈ ਹੈ। ਇਸ ਕਰਕੇ ਆਪਾਂ ਇੱਕ ਅਲੱਗ ਤਰੀਕੇ ਦਾ ਚੈਪਟਰ ਪੜ੍ਹਾਂਗੇ ਜਿਹੜਾ ਕਿ ਸਿਰਫ ਕਾਰਬਨ 'ਤੇ ਆਧਾਰਿਤ ਹੋਊਗਾ। ਜਿਹੜਾ ਕਾਰਬਨ ਹੈ ਦੇਖੋ ਇਹਦੇ ਵਿੱਚ ਕੀ ਹੁੰਦੇ ਨੇ, ਸਹਿ ਸੰਯੋਜਕ ਬੰਧਨ। ਸਹਿ ਸੰਯੋਜਕ ਬੰਧਨ ਕੀ ਹੁੰਦੇ ਆ, ਆਪਾਂ ਅੱਗੇ ਜਾ ਕੇ ਡਿਟੇਲ 'ਚ ਦੇਖਾਂਗੇ ਕਿ ਕਾਰਬਨ ਹੈ ਜਿਹੜਾ ਕਿਸੇ ਹੋਰ ਐਲੀਮੈਂਟ ਦੇ ਨਾਲ, ਮੰਨ ਲਓ ਕੋਈ X ਹੈ, ਠੀਕ ਹੈ, ਉਹਦੇ ਨਾਲ ਆਪਣਾ ਬੌਂਡ ਬਣਾ ਲੈਂਦਾ ਹੈ। ਜਿਹੜਾ ਇਹ ਬੌਂਡ ਬਣਦਾ ਇਹਨੂੰ ਕਹਿੰਦੇ ਆਪਾਂ ਬੰਧਨ। ਕਿਸ ਤਰ੍ਹਾਂ ਦਾ ਬਣਦਾ ਹੈ, ਉਹ ਹੁੰਦਾ ਸਹਿ ਸੰਯੋਜਕ। ਸਹਿ ਸੰਯੋਜਕ ਮਤਲਬ ਕਿ ਕੋਵਲੈਂਟ। ਇਹਦੇ ਬਾਰੇ ਅੱਗੇ ਆਪਾਂ ਡਿਟੇਲ ਦੇ ਵਿੱਚ ਦੇਖਾਂਗੇ ਕਿ ਕੀ ਹੁੰਦਾ ਕੋਵਲੈਂਟ ਬੌਂਡ। ਦੇਖੋ ਕਹਿੰਦੇ ਆਇਨਿਕ ਯੌਗਿਕਾਂ ਦੇ ਪਿਘਲਣ ਅੰਕ ਅਤੇ ਉਬਾਲ ਅੰਕ ਬਹੁਤ ਉੱਚੇ ਹੁੰਦੇ ਹਨ ਅਤੇ ਉਹ ਘੋਲ ਅਤੇ ਪਿਘਲੀ ਅਵਸਥਾ ਵਿੱਚ ਬਿਜਲੀ ਦੇ ਚਾਲਕ ਹੁੰਦੇ ਹਨ। ਦੇਖੋ ਕਿ ਇਹਨਾਂ ਦੇ ਕੀ ਹੈਗਾ, ਜਿਨ੍ਹਾਂ ਦੇ ਵਿੱਚ ਮੈਂ ਤੁਹਾਨੂੰ ਦੱਸਦੀ ਹਾਂ ਕਿ ਸਹਿ ਸੰਯੋਜਕ ਬੰਧਨ ਕੀ ਹੁੰਦੇ ਆ। ਅਗਰ ਆਪਣੇ ਕੋਲ ਦੋ ਚੀਜ਼ਾਂ ਨੇ, ਮੰਨ ਲਓ ਕਾਰਬਨ ਹੀ ਨੇ, ਠੀਕ ਹੈ, ਇੱਕ ਇਲੈਕਟ੍ਰੋਨ ਇਹਨੇ ਦਿੱਤਾ, ਇੱਕ ਇਹਨੇ ਦਿੱਤਾ, ਇਹਨਾਂ ਦੇ ਵਿਚਾਲੇ ਕੀ ਬਣ ਗਿਆ, ਇੱਕ ਬੰਧਨ ਬਣ ਗਿਆ। ਜਿਹੜਾ ਬੰਧਨ ਇਲੈਕਟ੍ਰੋਨਾਂ ਦੀ ਸ਼ੇਅਰਿੰਗ ਕਰਕੇ, ਮਤਲਬ ਕਿ ਦੋਨਾਂ ਨੇ ਇੱਕ ਇਲੈਕਟ੍ਰੋਨ ਦਿੱਤਾ, ਸ਼ੇਅਰਿੰਗ ਕਰਕੇ ਜਿਹੜਾ ਬੌਂਡ ਬਣਦਾ ਉਹਨੂੰ ਆਪਾਂ ਕਹਿੰਦੇ ਹਾਂ ਕੋਵਲੈਂਟ ਬੌਂਡ, ਯਾਨੀ ਕਿ ਸਹਿ ਸੰਯੋਜਕ ਬੰਧਨ। ਜਿਹੜਾ ਸਹਿ ਸੰਯੋਜਕ ਬੰਧਨ ਹੈ ਇਹ ਬਹੁਤ ਜ਼ਿਆਦਾ ਮਜ਼ਬੂਤ ਹੁੰਦਾ ਹੈ। ਇਸ ਕਰਕੇ ਇਹਨੂੰ ਤੋੜਨ ਦੇ ਲਈ ਆਪਾਂ ਨੂੰ ਜਿਹੜਾ ਉਬਾਲ ਦਰਜਾ ਹੈ ਅਤੇ ਜਿਹੜਾ ਪਿਘਲਣ ਅੰਕ ਆ ਉਹ ਕੀ ਆ, ਹਾਈ ਰੱਖਣਾ ਪੈਂਦਾ। ਠੀਕ ਹੈ ਜੀ, ਜਦੋਂ ਇਹ ਪਿਘਲ ਜਾਂਦੇ ਹੈ ਮਤਲਬ ਕਿ ਇਹਨਾਂ ਦੇ ਆਇਨ ਨੇ ਜਿਹੜੇ ਅਲੱਗ-ਅਲੱਗ ਟੁੱਟ ਗਏ। ਠੀਕ ਹੈ, ਤਾਂ ਕੀ ਕਰਦੇ ਨੇ, ਇਹ ਚੱਲ ਫਿਰ ਸਕਦੇ ਨੇ ਆਇਨਸ। ਜਦੋਂ ਆਇਨ ਨੇ ਜਿਹੜੇ ਚੱਲ ਫਿਰ ਸਕਦੇ ਨੇ ਇਹਦਾ ਮਤਲਬ ਉਹ ਕੀ ਨੇ, ਬਿਜਲੀ ਦੇ ਚਾਲਕ ਨੇ।
ਉਹਦੇ ਵਿੱਚੋਂ ਦੀ ਬਿਜਲੀ ਕੀ ਹੈ ਪਾਸ ਕਰ ਸਕਦੀ ਹੈ। ਬਿਜਲੀ ਹਮੇਸ਼ਾ ਹੀ ਸਿਰਫ ਉਹਨਾਂ ਚੀਜ਼ਾਂ 'ਚੋਂ ਪਾਸ ਕਰ ਸਕਦੀ ਹੈ ਜਿਹੜੇ ਘੁਲੀ ਹੋਈ ਅਵਸਥਾ ਦੇ ਵਿੱਚ ਹੋਣਗੇ ਜਾਂ ਫਿਰ ਪਾਣੀ ਦੇ ਵਿੱਚ ਘੁਲੇ ਹੋਣਗੇ। ਠੀਕ ਹੈ, ਮਤਲਬ ਕਿ ਉਹਨਾਂ ਦੇ ਆਇਨਸ ਨੇ ਜਿਹੜੇ ਉਹ ਮੂਵ ਕਰ ਸਕਣ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾ ਸਕਣ, ਤਾਂ ਹੀ ਬਿਜਲੀ ਦਾ ਚਾਲਨ ਹੁੰਦਾ। ਕਲੀਅਰ। ਨੈਕਸਟ ਹੈ ਕਿ ਆਪਾਂ ਪੜ੍ਹੀਏ ਕਾਰਬਨ ਦਾ ਪਰਮਾਣੂ ਅੰਕ ਕਿੰਨਾ ਹੈ 6 ਹੈ। ਮਤਲਬ ਕਿ ਆਵਰਤੀ ਸਾਰਣੀ ਦੇ ਵਿੱਚ ਕਾਰਬਨ ਕਿੰਨੇਵੇਂ ਨੰਬਰ 'ਤੇ ਆਉਂਦਾ ਹੈ 6ਵੇਂ ਨੰਬਰ ਦੇ ਉੱਪਰ। ਕਲੀਅਰ। ਦੇਖੋ ਇਸ ਤਰ੍ਹਾਂ ਨਾਲ ਹੁੰਦਾ ਹੈ ਕਿ ਆਪਣੇ ਕੋਲੇ ਕਾਰਬਨ ਦਾ ਐਟਮ ਦਿਖਾਇਆ ਹੋਇਆ ਆਪਾਂ ਨੂੰ। ਇਹ ਕੀ ਹੈ ਨਿਊਕਲੀਅਸ ਹੈ ਜਿਹਦੇ ਵਿੱਚ ਕੀ ਨੇ ਆਪਣੇ ਕੋਲੇ 6 ਪ੍ਰੋਟੋਨ ਨੇ 6 ਨਿਊਟਰੋਨ ਨੇ। ਠੀਕ ਹੈ, ਪ੍ਰੋਟੋਨ 'ਤੇ ਕੀ ਚਾਰਜ ਹੁੰਦਾ ਹੈ ਪੋਜ਼ੀਟਿਵ ਚਾਰਜ ਹੁੰਦਾ ਹੈ, ਨਿਊਟਰੋਨ 'ਤੇ ਕੀ ਹੁੰਦਾ ਹੈ 0 ਚਾਰਜ। ਠੀਕ ਹੈ, ਨਿਊਕਲੀਅਸ ਦੇ ਵਿੱਚ ਆਪਣੇ ਕੋਲੇ ਦੋ ਚੀਜ਼ਾਂ ਹੁੰਦੀਆਂ ਨੇ ਪ੍ਰੋਟੋਨ ਅਤੇ ਨਿਊਟਰੋਨ। ਜਿਹੜਾ ਪ੍ਰੋਟੋਨ ਹੈ ਉਹ 'ਤੇ ਕੀ ਹੁੰਦਾ ਪੋਜ਼ੀਟਿਵ ਚਾਰਜ ਹੁੰਦਾ, ਨਿਊਟਰੋਨ 'ਤੇ ਕੀ ਹੁੰਦਾ 0 ਚਾਰਜ। ਕਲੀਅਰ। ਇਹ ਕੀ ਨੇ ਆਲੇ ਦੁਆਲੇ ਸ਼ੈਲਸ ਨੇ ਜਿਹੜੇ ਜਿਹਨਾਂ ਨੂੰ ਆਪਾਂ ਐਨਰਜੀ ਲੈਵਲਸ ਕਹਿੰਦੇ ਹਾਂ। ਇਹਨਾਂ ਦੇ ਵਿੱਚ ਕਿਹੜੀ ਚੀਜ਼ ਮੂਵ ਕਰ ਰਹੀ ਹੈ ਗ੍ਰੀਨ ਕਲਰ ਦੀ ਇਲੈਕਟ੍ਰੋਨਸ। ਠੀਕ ਹੈ, ਇਲੈਕਟ੍ਰੋਨ ਕੀ ਹੁੰਦੇ ਨੇ ਨੈਗੇਟਿਵ ਚਾਰਜ ਵਾਲੇ ਹੁੰਦੇ ਆ। ਕਲੀਅਰ। ਦੇਖੋ ਆਪਾਂ ਨੇ ਦਿਖਾਇਆ ਕੀ ਚੀਜ਼ਾਂ ਪ੍ਰੈਜ਼ੈਂਟ ਹੁੰਦੀਆਂ ਨੇ ਐਟਮ ਦੇ ਵਿੱਚ ਇਲੈਕਟ੍ਰੋਨ, ਪ੍ਰੋਟੋਨ ਅਤੇ ਨਿਊਟਰੋਨ। ਠੀਕ ਹੈ ਜੀ। ਜਿਹੜੇ ਪ੍ਰੋਟੋਨ ਅਤੇ ਨਿਊਟਰੋਨ ਦੀ ਮਾਤਰਾ ਹੈ ਉਹ ਕੀ ਹੈ ਐਟੋਮਿਕ ਨੰਬਰ ਦੇ ਬਰਾਬਰ ਹੁੰਦੀ ਹੈ। ਠੀਕ ਹੈ, ਐਟੋਮਿਕ ਨੰਬਰ ਦੇ ਬਰਾਬਰ ਹੁੰਦੀ ਹੈ। ਐਟੋਮਿਕ ਨੰਬਰ ਕਿੰਨਾ ਸੀ 6, ਇਸ ਕਰਕੇ ਪ੍ਰੋਟੋਨਸ ਦੀ ਗਿਣਤੀ ਵੀ ਕਿੰਨੀ ਹੋ ਗਈ 6। ਨੈਕਸਟ ਆਪਣੇ ਕੋਲ ਟੌਪਿਕ ਹੈਗਾ ਕਾਰਬਨ ਪਰਮਾਣੂ ਦੇ ਵੱਖ-ਵੱਖ ਘੇਰਿਆਂ ਅਤੇ ਸ਼ੈੱਲਾਂ ਵਿਚਕਾਰ ਇਲੈਕਟ੍ਰੋਨਾਂ ਦੀ ਵੰਡ ਕਿਸ ਤਰ੍ਹਾਂ ਨਾਲ ਹੋਵੇਗੀ। ਕਿ ਆਪਾਂ ਨੂੰ ਪਤਾ ਹੈ ਕਿ ਇਹਨੇ 6 ਪ੍ਰੋਟੋਨਸ ਨੇ 6 ਨਿਊਟਰੋਨਸ ਨੇ। ਠੀਕ ਹੈ, ਅਤੇ ਇਸੇ ਤਰ੍ਹਾਂ ਨਾਲ ਇਲੈਕਟ੍ਰੋਨਸ ਹੋਣਗੇ ਤਾਂ ਹੁਣ 6 ਹੀ ਇਲੈਕਟ੍ਰੋਨ ਹੋਣਗੇ। ਉਹਨਾਂ ਦੀ ਡਿਸਟਰੀਬਿਊਸ਼ਨ ਆਪਾਂ ਜਿਹੜੇ ਸ਼ੈਲਸ ਨੇਗੇ ਯਾਨੀ ਕਿ ਜਿਹੜੇ ਘੇਰੇ ਬਣੇ ਹੋਏ ਆਲੇ ਦੁਆਲੇ ਉਹਨਾਂ ਵਿੱਚ ਕਿਵੇਂ ਕਰਾਂਗੇ ਕਿ ਕਿਹਦੇ ਵਿੱਚ ਆਪਾਂ ਨੇ 4 ਪਾਉਣੇ ਆ, ਕਿਹ 'ਚ 2 ਪਾਉਣੇ ਆ, ਕਿਹ 'ਚ 3 ਪਾਉਣੇ ਆ, ਕਿਸ ਤਰ੍ਹਾਂ ਨਾਲ ਆਪਾਂ ਦੇਖਾਂਗੇ। ਦੇਖੋ ਜਿਸ ਤਰ੍ਹਾਂ ਕਿ ਇਹ ਕਾਰਬਨ ਹੈ। ਠੀਕ ਹੈ, ਜਿਹੜੇ ਰੈੱਡ ਕਲਰ ਦੇ ਆਪਾਂ ਨੂੰ ਦਿਖਾਈ ਦੇ ਰਹੇ ਹੈ ਕਿ ਇਹ ਕਾਰਬਨ ਦੇ ਇਲੈਕਟ੍ਰੋਨਸ ਹੈ। ਜਿਹੜੇ ਬਲੂ ਕਲਰ ਦੇ ਦਿਖਾਈ ਦੇ ਰਹੇ ਹੈ ਕਿ ਇਹ ਹਾਈਡਰੋਜਨ ਦੇ ਹੈ। ਤਾਂ ਇਸ ਤਰ੍ਹਾਂ ਇਹਨਾਂ ਨੇ ਸ਼ੇਅਰਿੰਗ ਕਰਕੇ ਕਿਹੜਾ ਬੌਂਡ ਬਣਾ ਲਿਆ ਸਹਿ ਸੰਯੋਜਕ ਬੰਧਨ ਯਾਨੀ ਕਿ ਕੋਵਲੈਂਟ ਬੌਂਡ, ਜਿਹੜਾ ਕਿ ਬਹੁਤ ਮਜ਼ਬੂਤ ਹੈ, ਜਿਹਨੂੰ ਤੋੜਨ ਵਾਸਤੇ ਆਪਾਂ ਨੂੰ ਜ਼ਿਆਦਾ ਉਬਾਲ ਦਰਜੇ ਦੀ ਜ਼ਰੂਰਤ ਹੁੰਦੀ ਹੈ। ਦੇਖੋ ਹੁਣ ਕਹਿੰਦੇ ਆਪਣੇ ਕੋਲ ਕਾਰਬਨ ਕਿਵੇਂ ਨੰਬਰ 'ਤੇ ਆਉਂਦਾ 6 'ਤੇ। ਠੀਕ ਹੈ, ਅਗਰ ਆਪਾਂ ਇਹਨੂੰ ਸ਼ੈਲ ਦੇ ਵਿੱਚ ਭਰਨ ਅਕੋਰਡਿੰਗ ਤੋੜੀਏ ਤਾਂ ਇਹਨੂੰ ਆਪਾਂ ਕਿਵੇਂ ਤੋੜ ਸਕਦੇ ਹਾਂ 2 4। ਠੀਕ ਹੈ ਜੀ, ਤਾਂ ਜਿਹੜਾ 4 ਹੈ ਇਹ ਕੀ ਹੈ ਬਾਹਰਲੇ ਸ਼ੈਲ ਦਾ ਕਿ ਆਊਟਰ ਮੋਸਟ ਸ਼ੈਲ ਦੇ ਵਿੱਚ ਕਿੰਨੇ ਵੈਲੈਂਸ ਇਲੈਕਟ੍ਰੋਨ ਨੇ ਉਹਨੂੰ ਰਿਪਰਜੈਂਟ ਕਰਦਾ। ਠੀਕ ਹੈ, ਇਹਦਾ ਮਤਲਬ ਜਿਹੜਾ ਬਾਹਰੀ ਸ਼ੈਲ ਹੈ ਉਹਦੇ ਵਿੱਚ ਕਿੰਨੇ ਇਲੈਕਟ੍ਰੋਨ ਨੇ 4। ਠੀਕ ਹੈ, ਇਹਦੀ ਕੌਨਫੀਗਰੇਸ਼ਨ ਵੀ ਕਿੰਨੀ ਹੋ ਗਈ ਆਪਣੇ ਕੋਲ ਵੀ 4। ਆਪਾਂ ਨੇ 4 ਦੇ ਨਾਲ ਹੀ ਕੰਬਾਈਨ ਕਰਨਾ। ਠੀਕ ਹੈ, ਹੁਣ 4 ਹੈਗਾ ਇੱਥੋਂ ਕੀ ਹੈ ਆਪਾਂ ਨੂੰ ਪਤਾ ਕਿ ਸਾਰੇ ਜਿਹੜੇ ਐਟਮਸ ਨੇ ਉਹ ਨੋਬਲ ਗੈਸ ਕਨਫੀਗਰੇਸ਼ਨ ਲੈਣਾ ਚਾਹੁੰਦੇ ਆ, ਮਤਲਬ ਕਿ ਸਟੇਬਲ ਹੋਣਾ ਚਾਹੁੰਦੇ ਆ। ਠੀਕ ਹੈ, ਤਾਂ ਨੋਬਲ ਹੋਣ ਦੇ ਵਾਸਤੇ ਕੀ ਹੋਣਾ ਚਾਹੀਦਾ ਆਕਟੇਟ। ਆਪਾਂ ਨੇ ਪੜ੍ਹਿਆ ਹੋਇਆ ਆਕਟੇਟ ਰੂਲ ਪੂਰਾ ਹੋਣਾ ਚਾਹੀਦਾ, ਯਾਨੀ ਕਿ ਲਾਸਟ ਵਾਲੇ ਸ਼ੈਲ ਦੇ ਵਿੱਚ 8 ਇਲੈਕਟ੍ਰੋਨ ਹੋਣੇ ਚਾਹੀਦੇ ਆ। ਹੁਣ ਇਸ ਦੇ ਕੋਲ ਕੀ ਹੈ ਇਸ ਤਰ੍ਹਾਂ ਦੇਖਦੇ ਹੁੰਦੇ ਆਪਾਂ 2 8 8 18 18 32 ਇਹਨਾਂ ਨੂੰ ਕਹਿੰਦੇ ਆਪਾਂ ਮੈਜਿਕ ਨੰਬਰਸ। ਠੀਕ ਹੈ, ਇਸ ਅਕੋਰਡਿੰਗ ਹੋਣਾ ਚਾਹੀਦਾ ਕਿ ਪਹਿਲੇ ਜਿਹੜਾ ਪੀਰੀਅਡ ਉਹਦੇ ਵਿੱਚ 2 ਹੋਣੇ ਚਾਹੀਦੇ ਨੇ। 2 ਵਾਲਾ ਕਿ ਨੋਬਲ ਗੈਸ ਹੈ, ਫਿਰ 8 8 18 18 ਇਸ ਤਰ੍ਹਾਂ ਦੀ ਲਾਸਟ ਸ਼ੈਲ ਦੇ ਵਿੱਚ ਫਿਲਿੰਗ ਹੋਣੀ ਚਾਹੀਦੀ ਹੈ। ਹੁਣ ਆਪਣੇ ਕੋਲ ਕਾਰਬਨ ਦਾ ਕੀ ਸੀ ਕੇਸ 2 ਅਤੇ 4। ਇਟ ਮੀਨਸ ਬਾਹਰਲਾ ਸ਼ੈਲ ਕੀ ਹੈ ਅਗਰ ਤਾਂ ਇਹਨੇ ਅੱਗੇ ਵਾਲੀ ਦੀ ਨੋਬਲ ਕਨਫੀਗਰੇਸ਼ਨ ਲੈਣੀ ਆ ਫਿਰ ਤਾਂ ਇਹਨੂੰ ਕੀ ਕਰਨਾ ਪਊਗਾ 4 ਰਿਲੀਜ਼ ਕਰਨੇ ਪੈਣਗੇ, ਗਵਾਉਣੇ ਪੈਣਗੇ। ਠੀਕ ਹੈ, ਅਗਰ ਇਸ ਤੋਂ ਅੱਗੇ ਵਾਲੇ ਕਨਫੀਗਰੇਸ਼ਨ 'ਤੇ ਜਾਣਾ ਤਾਂ ਇਹਨੂੰ 4 ਕੀ ਹੈ ਲੈਣੇ ਪੈਣਗੇ। ਠੀਕ ਹੈ, ਇਸ ਤਰ੍ਹਾਂ ਨਾਲ ਜਿਹੜਾ ਕਾਰਬਨ ਹੈ ਉਹ ਜਾਂ ਤਾਂ 4 ਇਲੈਕਟ੍ਰੋਨ ਲੈ ਸਕਦਾ ਜਾਂ ਫਿਰ 4 ਇਲੈਕਟ੍ਰੋਨ ਦੇ ਸਕਦਾ। ਇਸ ਤਰ੍ਹਾਂ ਨਾਲ ਹੀ ਕਰ ਸਕਦਾ ਨਾ। ਦੇਖੋ ਫਿਰ ਕਹਿੰਦੇ ਅਗਰ ਆਪਾਂ ਨੇ ਇਸ ਤਰ੍ਹਾਂ ਕਰਕੇ ਦੇਖਿਆ ਤਾਂ ਕੀ ਰਿਜ਼ਲਟ ਨਿਕਲੂਗਾ। ਪਹਿਲੇ ਕੇਸ 'ਚ ਕੀ ਹੋਇਆ ਕਿ 4 ਇਲੈਕਟ੍ਰੋਨ ਪ੍ਰਾਪਤ ਕਰਕੇ C4 ਨੈਗੇਟਿਵ ਜਾਂ C4 ਨੈਗੇਟਿव रेनाइन ਬਣਾ ਸਕਦੀ ਹੈ, ਪਰ 6 ਪ੍ਰੋਟੋਨਾਂ ਵਾਲੇ ਨਿਊਕਲੀਅਸ ਲਈ 10 ਇਲੈਕਟ੍ਰੋਨ ਭਾਵ 4 ਵਾਧੂ ਇਲੈਕਟ੍ਰੋਨਾਂ ਨੂੰ ਸਾਂਭਣਾ ਔਖਾ ਹੋਵੇਗਾ। ਠੀਕ ਹੈ, ਹੁਣ ਕੀ ਕਰ ਲਿਆ ਨਹੀਂ 4 ਕਰ ਲਿਆ,
कि 4 होर ले आवे, 2 पहले ही हैगे सीगे तो किन्ने हो गए 10। ਇਹਦਾ ਐਟੋਮਿਕ ਨੰਬਰ ਕਿੰਨਾ ਹੈ 6। ਇਸ ਲਈ ਇਹਦੇ ਕੋਲੇ ਮੁਸ਼ਕਿਲ ਹੋ ਗਿਆ ਨਾ ਕਿ 4 ਇਲੈਕਟ੍ਰੋਨ ਬਾਹਰੋਂ ਲੈ ਕੇ ਆ ਕੇ C ਨੈਗੇਟਿਵ ਬਣਾਵੇ। ਠੀਕ ਹੈ, ਇਸ ਤਰ੍ਹਾਂ 4 ਇਲੈਕਟ੍ਰੋਨ ਤਾਂ ਲੈ ਕੇ ਨਹੀਂ ਆ ਸਕਦਾ। ਸਿਮਿਲਰ ਕੇਸ ਦੇ ਵਿੱਚ ਨਾ ਹੀ ਇਹ 4 ਇਲੈਕਟ੍ਰੋਨ ਦੇ ਸਕਦਾ, ਕਿਉਂਕਿ ਅਗਰ 4 ਇਲੈਕਟ੍ਰੋਨ ਦੇ ਤੇ ਤਾਂ ਆਪਣੇ ਕੋਲੇ ਕਾਰਬਨ ਕੋਲੇ ਕਿੰਨੇ ਬਚ ਜਾਣਗੇ, ਸਿਰਫ 2 ਇਲੈਕਟ੍ਰੋਨ ਬਚ ਜਾਣਗੇ। ਇਸ ਕਰਕੇ ਇਹ ਕੀ ਬਣਾ ਦੂਗਾ C4 ਪੋਜ਼ੀਟਿਵ। ਇਹ ਵੀ ਆਪਣੇ ਕੋਲੇ ਸਟੇਬਲ ਨਹੀਂ ਹੋਣਾ। ਤਾਂ ਇਸ ਸਮੱਸਿਆ ਦਾ ਹੱਲ ਕਰਨ ਦੇ ਵਾਸਤੇ ਕਿ ਨਾ ਹੀ ਤਾਂ ਆਪਾਂ 4 ਇਲੈਕਟ੍ਰੋਨ ਦੇ ਸਕਦੇ ਹਾਂ, ਨਾ ਹੀ 4 ਇਲੈਕਟ੍ਰੋਨ ਲੈ ਸਕਦੇ ਹਾਂ, ਤਾਂ ਫਿਰ ਕੀ ਕੀਤਾ ਜਾਵੇ। ਸਾਇੰਟਿਸਟਾਂ ਨੇ ਸੋਚਿਆ ਕਿ ਕੁਛ ਇਸ ਤਰ੍ਹਾਂ ਦਾ ਸਮੱਸਿਆ ਦਾ ਸੁਲਝਾਅ ਕੀਤਾ ਜਾਵੇ ਕਿ ਨਾ ਹੀ ਤਾਂ 4 ਇਲੈਕਟ੍ਰੋਨ ਦੇਣੇ ਪੈਣ ਅਤੇ ਨਾ ਹੀ 4 ਇਲੈਕਟ੍ਰੋਨ ਲੈਣੇ ਪੈਣ। ਇਸ ਕਰਕੇ ਉਹਨਾਂ ਨੇ ਰੂਲ ਕੀ ਬਣਾਇਆ ਕਿ ਕਾਰਬਨ ਹੈ ਜਿਹੜਾ ਉਹ ਕੀ ਕਰ ਸਕਦਾ ਹੈ, ਸ਼ੇਅਰਿੰਗ ਕਰ ਸਕਦਾ ਹੈ। ਮਤਲਬ ਕਿ ਆਪਣੇ 4 ਇਲੈਕਟ੍ਰੋਨਾਂ ਨੂੰ ਕਿਸੇ ਹੋਰ 4 ਐਲੀਮੈਂਟਸ, ਕਿਸੇ ਹੋਰ 4 ਐਟਮਸ ਦੇ ਇਲੈਕਟ੍ਰੋਨਾਂ ਨਾਲ ਕੀ ਹੈ, ਸ਼ੇਅਰ ਕਰ ਸਕਦਾ। ਠੀਕ ਹੈ, ਸ਼ੇਅਰ ਕਰਕੇ ਬੌਂਡ ਬਣਾਊਗਾ, ਜਿਹਦੇ ਨਾਲ ਇਹਦਾ ਖੁਦ ਦਾ ਆਕਟੇਟ ਵੀ ਪੂਰਾ ਹੋ ਜਾਊਗਾ ਅਤੇ ਬਾਕੀਆਂ ਦਾ ਆਕਟੇਟ ਵੀ ਪੂਰਾ ਹੋ ਜਾਊਗਾ। ਠੀਕ ਹੈ, ਜਿਸ ਤਰ੍ਹਾਂ ਆਪਣੇ ਕੋਲੇ 2 ਐਕਸੈਪਸ਼ਨਲ ਕੇਸ ਵੀ ਆ, ਹਾਈਡਰੋਜਨ ਅਤੇ ਹੀਲੀਅਮ, ਜਿਹੜੇ ਆਕਟੇਟ ਨਹੀਂ ਬਣਾਉਂਦੇ, ਜਾਣੀ ਕਿ ਜਿਨ੍ਹਾਂ ਦੇ ਲਾਸਟ ਸ਼ੈਲ ਦੇ ਵਿੱਚ 8 ਇਲੈਕਟ੍ਰੋਨ ਨਹੀਂ ਹੁੰਦੇ, 2 ਹੁੰਦੇ ਆ, ਜਿਹਨੂੰ ਆਪਾਂ ਕਹਿੰਦੇ ਹਾਂ ਡੁਪਲੇਟ। ਕਲੀਅਰ। ਦੇਖੋ ਇਸ ਤਰ੍ਹਾਂ ਨਾਲ ਆਪਣੇ ਕੋਲੇ ਕਾਰਬਨ ਸੀ, ਕਾਰਬਨ ਕੋਲੇ ਕੀ ਸੀ 4 ਇਲੈਕਟ੍ਰੋਨ ਸੀ। ਠੀਕ ਹੈ, ਹੁਣ ਇਹ 4 ਇਲੈਕਟ੍ਰੋਨ ਨਾ ਹੀ ਤਾਂ ਕਿਸੇ ਨੂੰ ਕੰਪਲੀਟਲੀ ਤੌਰ 'ਤੇ ਦਏ ਜਾ ਸਕਦੇ ਆ, ਨਾ ਹੀ ਉਸ ਤੋਂ ਲਏ ਜਾ ਸਕਦੇ ਆ। ਤਾਂ ਆਪਣੇ ਕੋਲੇ ਇੱਕ ਹਾਈਡਰੋਜਨ ਨੇ, ਉਹਨਾਂ ਕੋਲੇ ਕੀ ਹੁੰਦਾ 1 ਇਲੈਕਟ੍ਰੋਨ, 1 ਇਸ ਤਰ੍ਹਾਂ ਹਾਈਡਰੋਜਨ ਦੇ ਨਾਲ ਕੀ ਕਰ ਲਿਆ, ਸ਼ੇਅਰਿੰਗ ਕਰ ਲਿਆ। ਠੀਕ ਹੈ, ਇਸ ਤਰ੍ਹਾਂ ਬੌਂਡ ਬਣ ਗਏ। ਹੁਣ ਦੇਖੋ ਇਹਨਾਂ ਦਾ ਆਕਟੇਟ ਪੂਰਾ ਹੋ ਰਿਹਾ, ਇੱਥੇ 2 ਇਲੈਕਟ੍ਰੋਨ ਹੈ, ਇੱਥੇ 2 ਹੈ, 2 ਤਾਂ ਜਿਹੜੀ ਕਾਰਬਨ ਹੈ ਉਹਦਾ ਆਕਟੇਟ ਕੀ ਹੋ ਗਿਆ, ਪੂਰਾ ਹੋ ਗਿਆ ਨਾ ਕਾਰਬਨ ਦਾ। ਅਗਰ ਆਪਾਂ ਹਾਈਡਰੋਜਨ ਦੀ ਗੱਲ ਕਰੀਏ, ਹਾਈਡਰੋਜਨ ਦਾ ਵੀ ਪੂਰਾ ਹੋ ਗਿਆ, ਇਸ ਵਾਰੀ ਹਾਈਡਰੋਜਨ ਦਾ ਵੀ ਪੂਰਾ ਹੋ ਗਿਆ। ਦੇਖੋ ਕਿਉਂਕਿ ਹਾਈਡਰੋਜਨ ਅਤੇ ਹੀਲੀਅਮ ਦਾ ਕੀ ਹੁੰਦਾ ਡੁਪਲੇਟ। ਠੀਕ ਹੈ, ਇਹਨਾਂ ਦਾ ਡੁਪਲੇਟ ਵੀ ਪੂਰਾ ਹੋ ਗਿਆ ਆਪਣੇ ਕੋਲ ਅਤੇ ਕਾਰਬਨ ਦਾ ਆਕਟੇਟ ਵੀ ਪੂਰਾ ਹੋ ਗਿਆ। ਇਸ ਤਰ੍ਹਾਂ ਆਪਾਂ ਨੂੰ ਅੰਦਾਜ਼ਾ ਲੱਗਿਆ ਕਿ ਜਿਹੜਾ ਕਾਰਬਨ ਹੈਗਾ ਉਹ ਕੀ ਕਰ ਸਕਦਾ ਹੈ, ਸ਼ੇਅਰਿੰਗ ਆਫ ਇਲੈਕਟ੍ਰੋਨਸ। ਠੀਕ ਹੈ, ਸ਼ੇਅਰਿੰਗ ਕਰਕੇ ਕੀ ਬਣਾਊਗਾ, ਸਹਿ ਸੰਯੋਜਕ ਬੰਧਨ ਬਣਾਊਗਾ। ਹੁਣ ਆਪਾਂ ਦੇਖਣਾ ਹੈ ਕਿ ਜਿਹੜੇ ਸ਼ੈਲਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਭਰਾਂਗੇ। ਆਪਾਂ ਨੇ ਪਹਿਲਾਂ ਦੀ ਪ੍ਰੈਜੈਂਟੇਸ਼ਨ ਕਿਵੇਂ ਦਿੱਤੀ ਕਿ ਵਿਚਕਾਰ ਕੀ ਹੁੰਦਾ ਆਪਣੇ ਕੋਲ ਐਟਮ ਦੇ ਨਿਊਕਲੀਅਸ, ਜਿਹਦੇ ਵਿੱਚ ਕੀ ਹੁੰਦੇ ਨੇ ਪ੍ਰੋਟੋਨਸ ਅਤੇ ਨਿਊਟਰੋਨਸ। ਪ੍ਰੋਟੋਨ 'ਤੇ ਕੀ ਹੁੰਦਾ ਪੋਜ਼ੀਟਿਵ ਚਾਰਜ, ਨਿਊਟਰੋਨ 'ਤੇ ਕੀ ਹੁੰਦਾ 0 ਚਾਰਜ। ਠੀਕ ਹੈ, ਇਹ ਕੀ ਹੈ ਨਿਊਕਲੀਅਸ ਦੇ ਵਿੱਚ ਹੁੰਦੇ ਆ। ਹੁਣ ਜਿਹੜੇ ਦੇ ਆਲੇ ਦੁਆਲੇ ਕਿੰਨੇ ਸ਼ੈਲਸ ਨੇ, ਜਿਨ੍ਹਾਂ ਨੂੰ ਆਪਾਂ ਐਨਰਜੀ ਲੈਵਲ ਵੀ ਕਹਿੰਦੇ ਹਾਂ, ਇਹ ਸ਼ੈਲਾਂ ਦਾ ਜਿਹੜਾ ਨਾਮ ਹੁੰਦਾ ਕਿੱਥੋਂ ਸਟਾਰਟ ਹੁੰਦਾ K ਤੋਂ, KL M ਅਪ ਟੂ ਸੋ ਔਨ। ਠੀਕ ਹੈ, Z ਤੱਕ ਜਾਂਦਾ, ਸਟਾਰਟ ਕਿੱਥੋਂ ਹੁੰਦਾ K ਤੋਂ। ਜਿਹੜਾ ਆਪਣੇ ਕੋਲ K ਸੈੱਲ ਹੈ ਉਹ ਕਿੰਨਵਾਂ ਸ਼ੈੱਲ ਹੈ ਆਪਣੇ ਕੋਲੇ, ਪਹਿਲਾ। L ਕਿੰਨਵਾਂ ਸ਼ੈੱਲ ਹੈ, ਦੂਸਰਾ। M ਕਿੰਨਵਾਂ ਸ਼ੈੱਲ ਹੈ, ਤੀਸਰਾ। ਠੀਕ ਹੈ, ਇਸ ਤਰ੍ਹਾਂ ਜਿਹੜਾ ਪਹਿਲਾ, ਦੂਸਰਾ, ਤੀਸਰਾ, ਇਸ ਤਰ੍ਹਾਂ ਜਿਹੜੇ ਸ਼ੈਲਸ ਨੇ ਚੱਲਦੇ ਰਹਿੰਦੇ ਆ। ਹੁਣ ਆਪਾਂ ਦੇਖਣਾ ਕਿ ਇਹਨਾਂ ਦੇ ਵਿੱਚ ਆਪਾਂ ਫਿਲਿੰਗ ਕਿਵੇਂ ਕਰਾਂਗੇ। ਠੀਕ ਹੈ, ਫਿਲਿੰਗ ਕਿਸ ਤਰ੍ਹਾਂ ਨਾਲ ਕਰਨੀ ਹੈ। ਜਿਸ ਤਰ੍ਹਾਂ ਕਿ ਦੇਖੋ ਜਿਹੜਾ ਹਾਈਡਰੋਜਨ ਹੈ ਇਹਦਾ ਪਰਮਾਣੂ ਅੰਕ ਕਿੰਨਾ ਹੈ 1, ਤਾਂ ਜਿਹੜਾ ਇਹਦਾ ਇਲੈਕਟ੍ਰੋਨ ਹੈ ਇੱਕ ਉਹ ਕਿਹਦੇ ਵਿੱਚ ਆ ਜਾਊਗਾ, K ਸ਼ੈੱਲ ਦੇ ਵਿੱਚ ਹੀ ਆ ਜਾਊਗਾ। ਠੀਕ ਹੈ, ਹੁਣ K ਸ਼ੈੱਲ ਨੂੰ ਪੂਰਾ ਭਰਨ ਦੇ ਵਾਸਤੇ, ਕਿਉਂਕਿ K ਸ਼ੈੱਲ ਦੇ ਵਿੱਚ ਆਪਾਂ ਨੂੰ ਕਿੰਨੇ ਇਲੈਕਟ੍ਰੋਨ ਦੀ ਜ਼ਰੂਰਤ ਹੁੰਦੀ ਹੈ 2 ਦੀ। ਆਪਾਂ ਦੇਖਾਂਗੇ ਅੱਗੇ ਜਾ ਕੇ ਕਿ ਆਪਾਂ ਨੂੰ ਇੱਕ ਫਾਰਮੂਲਾ ਪੜ੍ਹਾਂਗੇ ਜਿਸ ਤੋਂ ਆਪਾਂ ਨੂੰ ਕਲੀਅਰ ਹੋਊਗਾ ਕਿ ਕਿਹੜੇ ਸ਼ੈੱਲ ਦੇ ਵਿੱਚ ਕਿੰਨੇ ਇਲੈਕਟ੍ਰੋਨਸ ਹੁੰਦੇ ਆ। ਠੀਕ ਹੈ, ਹੁਣ ਆਪਾਂ ਦੇਖਦੇ ਹਾਂ ਕਿ K ਸ਼ੈੱਲ ਨੂੰ ਕਿੰਨੇ ਇਲੈਕਟ੍ਰੋਨ ਚਾਹੀਦੇ ਆ 2, ਬਟ ਹਾਈਡਰੋਜਨ ਕੋਲ ਕਿੰਨਾ ਹੁੰਦਾ ਸਿਰਫ 1 ਹੁੰਦਾ ਹੈਗਾ। ਠੀਕ ਹੈ, ਇਹਦਾ ਮਤਲਬ ਇਹਨੂੰ 1 ਇਲੈਕਟ੍ਰੋਨ ਹੋਰ ਚਾਹੀਦਾ ਕਿਸੇ ਤੋਂ, ਜਿਹਦੇ ਨਾਲ ਕੀ ਹੈ ਸ਼ੇਅਰਿੰਗ ਕਰੂਗਾ। ਤਾਂ ਇਹ ਕੀ ਕਰੂਗਾ, ਹਾਈਡਰੋਜਨ ਹੈ ਜਿਹੜਾ ਉਹ ਹਾਈਡਰੋਜਨ ਦੇ ਨਾਲ ਹੀ ਕੰਬਾਈਨ ਕਰ ਜੂ। ਦੇਖੋ ਇੱਕ ਹਾਈਡਰੋਜਨ ਇਹ ਹੋ ਗਿਆ, ਇੱਕ ਹਾਈਡਰੋਜਨ ਇਹ ਹੋ ਗਿਆ, ਦੋਨਾਂ ਨੇ ਕੀ ਸ਼ੇਅਰਿੰਗ ਕਰ ਲਈ ਤਾਂ ਕੀ ਬਣ ਗਿਆ ਆਪਣੇ ਕੋਲ H2। ਠੀਕ ਹੈ, ਤਾਂ ਇਸ ਤਰ੍ਹਾਂ ਜਿਹੜੇ ਇਲੈਕਟ੍ਰੋਨ ਨੂੰ ਸਾਂਝੇ ਕਰਕੇ ਕੀ ਬਣਾ ਦਿੰਦੇ ਨੇ H2 ਬਣਾ ਦਿੰਦੇ ਆ, ਜਿਹਦੇ ਨਾਲ ਕੀ ਹੁੰਦਾ ਹੈ H2 ਹੋ ਗਿਆ। ਇਟ ਮੀਨਸ ਉਹਦੇ ਵਿੱਚ ਕਿੰਨੇ ਹੋ ਗਏ 2 ਇਲੈਕਟ੍ਰੋਨਸ। 2 ਇਲੈਕਟ੍ਰੋਨ ਕਿਹ 'ਚ ਹੁੰਦੇ ਆ, ਹੀਲੀਅਮ ਦੇ ਵਿੱਚ ਹੁੰਦੇ ਆ। ਇਹਦਾ ਮਤਲਬ ਹਾਈਡਰੋਜਨ ਕਿਹਦੀ ਤਰ੍ਹਾਂ ਐਕਟ ਕਰਨ ਲੱਗੇ ਆਪਣੇ ਤੋਂ ਅਗਲੀ ਨੋਬਲ ਗੈਸ ਜਿਹੜੀ ਕੀ ਹੈ ਹੀਲੀਅਮ ਹੈ। ਠੀਕ ਹੈ,
ਤਾਂ ਕੇ ਦੇ ਸ਼ੈਲ ਦੇ ਵਿੱਚ 2 ਇਲੈਕਟ੍ਰੋਨ ਹੋ ਗਏ, ਜਿਹਦੇ ਨਾਲ ਹੁਣ ਕੀ ਹੋ ਗਿਆ, ਇਹ ਹੀਲੀਅਮ ਯਾਨੀ ਕਿ ਨੋਵਲ ਗੈਸ ਦੀ ਤਰ੍ਹਾਂ ਬਿਹੇਵ ਕਰਨ ਲੱਗ ਗਿਆ। ਕਿਉਂਕਿ ਨੋਵਲ ਗੈਸਿਸ ਨੇ ਜਿਹੜੀਆਂ ਸਟੇਬਲ ਹੁੰਦੀਆਂ ਨੇ, ਇਸ ਕਰਕੇ ਸਾਰੇ ਜਿਹੜੇ ਐਲੀਮੈਂਟਸ ਨੇ, ਸਾਰੇ ਐਟਮਸ ਨੇ, ਉਹ ਕੀ ਸਟੇਬਲ ਹੋਣਾ ਚਾਹੁੰਦੇ ਆ। ਇਸ ਕਰਕੇ ਉਹ ਸਾਰੇ ਕੀ ਕਰਦੇ ਆ ਕਿ ਆਪਾਂ ਨੋਵਲ ਕੌਨਫੀਗਰੇਸ਼ਨ ਆ ਜਿਹੜੀ ਲੈ ਆਈਏ, ਠੀਕ ਹੈ। ਜਿਹਦੇ ਕਰਕੇ ਉਹ ਰਿਲੀਜ਼ ਵੀ ਕਰ ਦਿੰਦੇ ਨੇ ਇਲੈਕਟ੍ਰੋਨ, ਗੇਨ ਵੀ ਕਰ ਦਿੰਦੇ ਆ, ਠੀਕ ਹੈ। ਇਸ ਦੇ ਵਿੱਚ ਜ਼ਿਆਦਾਤਰ ਕੀ ਹੋਊਗੀ, ਸ਼ੇਅਰਿੰਗ ਆਫ ਇਲੈਕਟ੍ਰੋਨਸ। ਫਿਰ ਆਪਣੇ ਕੋਲੇ ਦੇਖੋ ਕਿਵੇਂ ਆਈਡੀਆ ਹੋਊਗਾ ਕਿ ਕਿਹੜੇ ਸ਼ੈਲ ਦੇ ਵਿੱਚ ਆਪਾਂ ਕਿੰਨੇ ਇਲੈਕਟ੍ਰੋਨ ਭਰਨੇ ਆ। ਤਾਂ ਮੈਕਸਿਮਮ ਨੰਬਰ ਆਫ ਇਲੈਕਟ੍ਰੋਨਸ ਹਰੇਕ ਸ਼ੈਲ ਦੇ ਵਿੱਚ ਕੀ ਹੋਊਗਾ, 2n ਸਕੇਅਰ। n ਕੀ ਸੀ ਆਪਣੇ ਕੋਲੇ, 1 2 3 ਅਪ ਟੂ ਸੋ ਔਨ, ਠੀਕ ਹੈ। n ਦੀ ਵੈਲਿਊ 1 ਕਿੱਥੇ ਹੁੰਦੀ ਸੀ, k ਤੇ, k ਤੋਂ ਚੱਲ ਕੇ ਅੱਗੇ ਜਾ ਕੇ z ਤੱਕ ਐਵੇਂ ਜਾਊਗਾ, k ਦੀ 1, ਠੀਕ ਹੈ, l ਦੀ 2, m ਦੀ 3, n ਦੀ 4, ਇਸ ਤਰ੍ਹਾਂ ਨਾਲ ਹੀ ਅੱਗੇ ਕੰਟੀਨਿਊਟੀ ਦੇ ਵਿੱਚ ਚੱਲਦਾ ਜਾਊਗਾ, ਠੀਕ ਹੈ ਜੀ। ਹੁਣ ਅਗਰ ਆਪਾਂ ਫਾਰਮੂਲੇ ਦੇ ਵਿੱਚ ਪੁੱਟ ਕਰਕੇ ਦੇਖੀਏ, ਫਾਰਮੂਲਾ ਕੀ ਹੈ, 2n ਸਕੇਅਰ। ਅਗਰ ਆਪਾਂ ਦੇਖਣਾ L ਸ਼ੈਲ ਦੇ ਵਿੱਚ ਕਿ ਸੈਕਿੰਡ ਨੰਬਰ ਸ਼ੈਲ ਦੇ ਵਿੱਚ ਆਪਾਂ ਕਿੰਨੇ ਭਰਾਂਗੇ ਇਲੈਕਟ੍ਰੋਨ, 2 ਹੋ ਗਿਆ, 2 ਦੀ ਪਾਵਰ 2 ਕਿੰਨਾ ਬਣ ਗਿਆ, 2 × 4 ਮੀਨਸ 8। ਆਪਾਂ L ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਭਰ ਸਕਦੇ ਹਾਂ, 8 ਇਲੈਕਟ੍ਰੋਨ। ਇਸੇ ਤਰ੍ਹਾਂ ਨਾਲ ਤੁਸੀਂ M ਦੇ ਵਿੱਚ, N ਦੇ ਵਿੱਚ, ਕਿਸੇ ਵੀ ਸ਼ੈਲ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨੇ ਨੰਬਰ ਆਫ ਇਲੈਕਟ੍ਰੋਨ ਆ ਜਿਹੜੇ ਫਿਲ ਕਰ ਸਕਦੇ ਆ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹਦੇ ਵਾਸਤੇ n ਦੀ ਵੈਲਿਊ ਕਿੰਨੀ ਆ, ਠੀਕ ਹੈ। ਅਗਰ ਤੁਸੀਂ k ਤੋਂ ਕਾਊਂਟ ਕਰੋਗੇ ਤਾਂ ਵੀ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਕਿੰਨੀ ਹੈ। ਮੋਸਟਲੀ ਆਪਣੇ ਕੋਲ ਆਪਾਂ 4 ਨੂੰ ਹੀ ਡਿਸਕਸ ਕਰਦੇ ਹਾਂ, k, l, m ਔਰ n। ਦੇਖੋ ਇਹਦੇ ਸਾਂਝੇ ਕੀਤੇ ਇਲੈਕਟ੍ਰੋਨਾਂ ਦੀ ਜੋੜੀ 2 ਪਰਮਾਣੂਆਂ ਵਿੱਚ ਇੱਕ ਬੰਧਨ ਬਣਾਉਂਦੀ ਹੈ। ਜਿਸ ਤਰ੍ਹਾਂ ਆਪਾਂ ਨੇ ਕੀ ਲਿਆ, 2 ਕਾਰਬਨ ਲਏ, ਦੋਨਾਂ ਕੋਲੇ ਕੀ ਹੈ, 1 ਇਲੈਕਟ੍ਰੋਨ ਹੈ। ਜਦੋਂ ਸ਼ੇਅਰ ਕਰਨਗੇ ਇਹ ਤਾਂ ਇੱਕ ਬੰਧਨ ਬਣਾ ਦੇਣਗੇ, ਜਿਹਦੇ ਵਿੱਚ ਕੀ ਹੈ, 2 ਜੋੜੀ ਪਰਮਾਣੂ, ਇੱਕ ਇਹ ਹੋ ਗਿਆ, ਇੱਕ ਇਹ ਹੋ ਗਿਆ, 2 ਪਰਮਾਣੂ ਹੋ ਗਏ, ਦੋਵਾਂ ਦੀ ਜੋੜੀ ਹੋ ਗਈ ਤੇ ਇੱਕ ਬੰਧਨ ਹੋ ਗਿਆ ਵਿਚਕਾਰ, ਠੀਕ ਹੈ। ਬੰਧਨ ਆਪਾਂ ਬੌਂਡ ਨੂੰ ਕਹਿੰਦੇ ਹਾਂ ਜਿਹੜਾ ਵਿਚਕਾਰ ਬਣਦਾ ਹੈ। ਹੁਣ ਅਗਰ ਆਪਾਂ ਮੀਥੇਨ ਦੀ ਗੱਲ ਕਰੀਏ, ਮੀਥੇਨ ਕੀ ਹੁੰਦਾ ਆਪਣੇ ਕੋਲੇ, CH4, ਠੀਕ ਹੈ। ਮੀਥੇਨ ਦੀ ਵਰਤੋਂ ਆਪਾਂ ਕਿੱਥੇ ਕਰਦੇ ਹਾਂ, ਬਾਲਣ ਦੇ ਰੂਪ ਵਿੱਚ, ਬਾਇਓਗੈਸ ਜਾਂ ਫਿਰ CNG ਗੈਸ ਦੇ ਤੌਰ 'ਤੇ। ਇਹਦੇ ਵਿੱਚ CNG ਦੇ ਵਿੱਚ ਮੁੱਖ ਰੂਪ 'ਚ ਕੌਣ ਹੁੰਦਾ ਹੈ, ਮੀਥੇਨ। ਇਹਦੀ ਵਰਤੋਂ ਕੀਤੀ ਜਾਂਦੀ ਹੈ, ਠੀਕ ਹੈ। ਮੀਥੇਨ ਆ ਜਿਹੜਾ ਕਾਰਬਨ ਤੋਂ ਹੀ ਬਣਦਾ ਹੈ। ਇਹਦਾ ਫਾਰਮੂਲਾ ਕੀ ਆਪਣੇ ਕੋਲੇ, CH4। ਹੁਣ CH4 ਕਿਵੇਂ ਜਮਾਇਨ ਹੁੰਦਾ ਹੈ ਕਿ ਕਾਰਬਨ ਹੈ, ਕਾਰਬਨ ਕੋਲੇ 4 ਇਲੈਕਟ੍ਰੋਨ ਹੈ, 4 ਇਲੈਕਟ੍ਰੋਨ ਆਪਾਂ ਇਸ ਤਰ੍ਹਾਂ ਅਰੇਂਜ ਕਰਤੇ। ਫਿਰ ਆਪਾਂ ਨੂੰ ਪਤਾ ਕੀ ਹੁੰਦਾ, ਹਾਈਡਰੋਜਨ। ਹਾਈਡਰੋਜਨ ਕੋਲੇ ਕਿੰਨਾ ਇਲੈਕਟ੍ਰੋਨ ਹੁੰਦਾ ਹੈ, 1 ਇਲੈਕਟ੍ਰੋਨ। ਤਾਂ 1 ਇਲੈਕਟ੍ਰੋਨ ਸ਼ੇਅਰ ਕਰਤਾ ਹਾਈਡਰੋਜਨ ਨੇ, ਕੀ ਬਣ ਗਿਆ ਆਪਣੇ ਕੋਲ, CH4, ਠੀਕ ਹੈ ਜੀ। ਇਹੀ ਇੱਥੇ ਲਿਖਿਆ ਹੈ। ਹਾਈਡਰੋਜਨ ਦੀ ਸੰਯੋਜਕਤਾ 1 ਹੈ, ਮਤਲਬ ਕਿ ਇਹਦੇ ਕੋਲ ਕੀ ਹੁੰਦਾ ਹੈ, ਸਿਰਫ 1 ਇਲੈਕਟ੍ਰੋਨ ਹੁੰਦਾ ਹੈ। ਕਾਰਬਨ 4 ਸੰਯੋਜਕ ਹੈ ਕਿਉਂਕਿ ਇਸ ਵਿੱਚ 4 ਸੰਯੋਜਕ ਇਲੈਕਟ੍ਰੋਨ ਹੁੰਦੇ ਹਨ। ਕਾਰਬਨ ਕੋਲੇ ਕਿੰਨੇ ਹੁੰਦੇ ਆ, 4 ਹੁੰਦੇ ਆ, ਇਸ ਤਰ੍ਹਾਂ ਨਾਲ, ਠੀਕ ਹੈ। ਨੋਬਲ ਗੈਸ ਇਲੈਕਟ੍ਰੋਨ ਦੀ ਤਰਤੀਬ ਪ੍ਰਾਪਤ ਕਰਨ ਲਈ ਕਾਰਬਨ ਇਹਨਾਂ 4 ਇਲੈਕਟ੍ਰੋਨਾਂ ਦੀ ਸਾਂਝ ਹਾਈਡਰੋਜਨ ਦੇ 4 ਪਰਮਾਣੂਆਂ ਨਾਲ ਕਰਦੀ ਹੈ। ਇਹਦੇ ਆਲੇ ਦੁਆਲੇ ਕੀ ਹੁੰਦਾ, 4 ਹਾਈਡਰੋਜਨ ਲੱਗ ਜਾਂਦੇ ਹੈ, ਜਿਹਦੇ ਕਰਕੇ ਬੌਂਡ ਆ ਜਿਹੜਾ ਕੰਪਲੀਟ ਹੋ ਜਾਂਦਾ। ਕੀ ਬਣ ਜਾਂਦਾ ਆਪਣੇ ਕੋਲ, CH4। CH4 ਕਿਸ ਦਾ ਫਾਰਮੂਲਾ ਹੈ, ਮੀਥੇਨ ਦਾ। ਕਲੀਅਰ ਹੈ ਜੀ। ਨੈਕਸਟ ਦੇਖੋ, ਇਸ ਤਰ੍ਹਾਂ ਨਾਲ ਹੁੰਦਾ ਹੈ ਕਿ ਜਿਹੜਾ ਆਪਣੇ ਕੋਲ X ਹੈ, ਇਹ ਮੰਨ ਲਿਆ ਆਪਾਂ ਨੇ ਕਿਹਦਾ ਗਾ, ਕਾਰਬਨ ਦਾ ਇਲੈਕਟ੍ਰੋਨ ਹੈ। ਤਾਂ ਕਾਰਬਨ ਦੇ ਆਲੇ ਦੁਆਲੇ ਕਿੰਨੇ ਇਲੈਕਟ੍ਰੋਨ ਹੁੰਦੇ ਆ, 4 ਇਲੈਕਟ੍ਰੋਨ। ਹਰੇਕ ਹਾਈਡਰੋਜਨ ਕੋਲੇ ਕਿੰਨਾ ਹੁੰਦਾ ਹੈ, 1 ਇਲੈਕਟ੍ਰੋਨ। ਹਰੇਕ ਹਾਈਡਰੋਜਨ ਕੋਲੇ 1 ਇਲੈਕਟ੍ਰੋਨ ਹੋ ਗਿਆ, ਤਾਂ 2 ਤੋਂ ਕੀ ਬਣ ਗਿਆ, 1 ਪੇਅਰ। ਇਹਦਾ ਦੇਖੋ ਡੁਪਲੇਟ ਪੂਰਾ ਹੋ ਗਿਆ, ਇਸ ਦਾ ਵੀ ਡੁਪਲੇਟ, ਇਸ ਦਾ ਵੀ ਡੁਪਲੇਟ, ਇਸ ਦਾ ਵੀ ਡੁਪਲੇਟ। ਇਸ ਤਰ੍ਹਾਂ ਸਾਰੇ ਜਿਹੜੇ ਹਾਈਡਰੋਜਨ ਨੇ ਉਹਨਾਂ ਦਾ ਡੁਪਲੇਟ ਪੂਰਾ ਹੋ ਗਿਆ। ਸਿਮਿਲਰ ਕਾਰਬਨ ਕੋਲੇ ਵੀ ਕੀ ਆ, 4 ਬੌਂਡ ਬਣ ਗਏ, ਯਾਨੀ ਕਿ 8 ਇਲੈਕਟ੍ਰੋਨਸ। ਤਾਂ ਕਾਰਬਨ ਦੀ ਜਿਹੜੀ ਕੌਨਫੀਗਰੇਸ਼ਨ ਹੈ, ਅਗਰ ਆਪਾਂ ਇਹ ਸਾਰੇ ਲੈਂਦੇ ਹਾਂ, ਇਹ ਵੀ ਕੀ ਕੰਪਲੀਟ ਹੋ ਗਈ। ਕੀ ਬਣ ਗਿਆ ਆਪਣੇ ਕੋਲ, CH4, ਜਿਹਨੂੰ ਕੀ ਕਹਿੰਦੇ ਆਪਾਂ, ਮੀਥੇਨ ਕਹਿੰਦੇ ਹਾਂ। ਦੇਖੋ ਸੇਮ ਹੀ ਲਿਖਿਆ। ਇਸ ਪ੍ਰਕਾਰ 2 ਪਰਮਾਣੂਆਂ ਵਿਚਕਾਰ ਇਲੈਕਟ੍ਰੋਨਾਂ ਦੇ ਇੱਕ ਜੋੜੇ ਦੀ ਸਾਂਝ ਦੁਆਰਾ ਬਣਨ ਵਾਲੇ ਬੰਧਨ ਨੂੰ ਸਹਿ ਸੰਯੋਜਕ ਬੰਧਨ ਕਹਿੰਦੇ ਹਨ। ਕਿ ਕੋਈ ਵੀ ਜੋੜਾ ਹੈਗਾ, ਉਹਨਾਂ ਦੇ ਵਿਚਕਾਰ ਜਿਹੜੇ ਇਲੈਕਟ੍ਰੋਨਸ ਹੁੰਦੇ, ਅਗਰ ਉਹਨਾਂ ਨੂੰ ਆਪਾਂ ਮਿਲਾ ਦਈਏ, ਸਾਂਝ ਕਰ ਦਈਏ ਉਹਨਾਂ ਦੀ, ਤਾਂ ਕੀ ਬਣ ਜਾਊਗਾ ਆਪਣੇ ਕੋਲ, ਸਹਿ ਸੰਯੋਜਨ
ਬੰਧਨ ਬਣ ਜੂਗਾ। ਠੀਕ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਕੋਵਲੈਂਟ ਬੌਂਡ। ਦੇਖੋ, ਸਹਿ ਸੰਯੋਜਕ ਬੰਧਨਾਂ ਵਾਲੇ ਅਣੂਆਂ ਦੇ ਅੰਦਰ ਤਾਂ ਮਜ਼ਬੂਤ ਬੰਧਨ ਹੁੰਦੇ ਹਨ, ਪਰੰਤੂ ਇਹਨਾਂ ਦੇ ਅਣੂਆਂ ਵਿਚਕਾਰ ਬਲ ਬਹੁਤ ਮੱਧਮ ਹੁੰਦੇ ਹਨ। ਇਸ ਦੇ ਫਲਸਰੂਪ ਇਹਨਾਂ ਦੇ ਯੌਗਿਕਾਂ ਦੇ ਪਿਘਲਣ ਅੰਕ ਅਤੇ ਉਬਾਲ ਦਰਜੇ ਨੀਵੇਂ ਹੁੰਦੇ ਹਨ, ਕਿਉਂਕਿ ਪਰਮਾਣੂਆਂ ਵਿਚਕਾਰ ਇਲੈਕਟ੍ਰੋਨ ਦੀ ਸਾਂਝ ਹੁੰਦੀ ਹੈ ਅਤੇ ਚਾਰਜਿਤ ਕਣ ਨਹੀਂ ਉਤਪੰਨ ਹੁੰਦੇ। ਇਸ ਲਈ ਸਹਿ ਸੰਯੋਜਕ ਬਿਜਲੀ ਦੇ ਮੰਦ ਚਾਲਕ ਜਾਂ ਕੁਚਾਲਕ ਹੁੰਦੇ ਹਨ। ਆਪਾਂ ਨੂੰ ਪਤਾ ਕਿ ਬਿਜਲੀ ਪਾਸ ਕਰਨ ਲਈ ਆਪਾਂ ਕੀ ਪੜ੍ਹਿਆ ਸੀ ਕਿ ਆਇਨ ਬਣਨੇ ਚਾਹੀਦੇ ਹੈ, ਆਇਨ ਟੁੱਟਣੇ ਚਾਹੀਦੇ ਹੈ, ਜਾਂ ਕਿ ਇਹ ਪਾਣੀ ਦੇ ਵਿੱਚ ਘੁਲਿਆ ਹੋਣਾ ਚਾਹੀਦਾ ਹੈ, ਜਾਂ ਕਿਸ ਤਰ੍ਹਾਂ ਨਾਲ ਪਿਘਲਿਆ ਹੋਣਾ ਚਾਹੀਦਾ ਹੈ। ਠੀਕ ਹੈ, ਪਰ ਇੱਥੇ ਕੀ ਹੈ, ਇਲੈਕਟ੍ਰੋਨ ਦੀ ਸਾਂਝ ਇੰਨੀ ਮਜ਼ਬੂਤ ਹੋ ਗਈ ਕਿ ਉਹਨਾਂ ਵਿੱਚ ਕੋਈ ਚਾਰਜ ਉਤਪੰਨ ਨਹੀਂ ਹੁੰਦਾ। CH4 'ਤੇ ਕੋਈ ਵੀ ਚਾਰਜ ਨਹੀਂ ਹੁੰਦਾ, ਜਿਸ ਕਰਕੇ ਇਹਨਾਂ ਦੇ ਵਿੱਚੋਂ ਜਿਹੜੀ ਬਿਜਲੀ ਆ ਪਾਸ ਨਹੀਂ ਕੀਤੀ ਜਾ ਸਕਦੀ। ਠੀਕ ਹੈ, ਤਾਂ CH4 ਮਿਥੇਨ ਹੋ ਗਿਆ, ਈਥੇਨ ਹੋ ਗਿਆ, ਇਹਨਾਂ 'ਚੋਂ ਕਿਸੇ 'ਚੋਂ ਵੀ ਬਿਜਲੀ ਪਾਸ ਆ ਜਿਹੜੀ ਨਹੀਂ ਕੀਤੀ ਜਾ ਸਕਦੀ। ਫਿਰ ਆਪਾਂ ਦੇਖਦੇ ਹਾਂ ਕਾਰਬਨ ਦੇ ਰੂਪ। ਕਾਰਬਨ ਕਿਹੜੇ ਕਿਹੜੇ ਰੂਪ ਦੇ ਵਿੱਚ ਆਪਾਂ ਨੂੰ ਮਿਲਦਾ ਹੈ। ਦੇਖੋ, ਵੱਖ-ਵੱਖ ਆਪਾਂ ਕੋਈ ਕਿਰਿਆਵਾਂ ਕਰਦੇ ਹਾਂ, ਭੌਤਿਕ ਨੇ ਚਾਹੇ ਰਸਾਇਣਿਕ ਨੇ, ਉਸ ਤਰੀਕੇ ਨਾਲ ਹੀ ਕਾਰਬਨ ਆ ਜਿਹੜਾ ਅਲੱਗ-ਅਲੱਗ ਭਾਗਾਂ ਦੇ ਵਿੱਚ ਵੰਡਿਆ ਹੋਇਆ। ਆਪਾਂ ਮੇਨਲੀ 3 ਤਰੀਕੇ ਨਾਲ ਕਾਰਬਨ ਦੇ ਰੂਪ ਜਿਹੜੇ ਪੜ੍ਹਾਂਗੇ। ਦੇਖਦੇ ਹਾਂ ਕਿ ਕਿਹੜੇ ਕਿਹੜੇ 3 ਰੂਪ ਨੇ। ਦੇਖੋ, ਇੱਕ ਹੈਗਾ ਆਪਣੇ ਕੋਲ ਹੀਰਾ, ਇੱਕ ਹੈਗਾ ਗ੍ਰੇਫਾਈਟ, ਤੀਸਰਾ ਆਪਣੇ ਕੋਲ ਹੈਗਾ ਫਲੋਰੀਨਸ। ਠੀਕ ਹੈ, ਤਿੰਨਾਂ ਬਾਰੇ ਆਪਾਂ ਡਿਟੇਲ 'ਚ ਹੀ ਪੜ੍ਹਾਂਗੇ ਕਿ ਹੀਰਾ, ਗ੍ਰੇਫਾਈਟ ਐਂਡ ਫਲੋਰੀਨਸ ਤਿੰਨੇ ਕੀ ਆ, ਕਾਰਬਨ ਦੇ ਪਰਮਾਣੂਆਂ ਤੋਂ ਬਣੇ ਹੁੰਦੇ ਆ। ਠੀਕ ਹੈ, ਇਹਦੇ ਵਿੱਚ ਕੀ ਆ, ਕਾਰਬਨ ਦੇ ਪਰਮਾਣੂ ਨੇ ਜਿਹੜੇ ਇੱਕ ਦੂਜੇ ਨਾਲ ਬੰਧਨ ਬਣਾ ਲੈਂਦੇ ਨੇ। ਠੀਕ ਹੈ, ਇਹਨਾਂ ਦੇ ਵਿੱਚ ਅੰਤਰ ਦੇ ਆਧਾਰ 'ਤੇ ਕਿ ਬੰਧਨ ਕਿਸ ਤਰ੍ਹਾਂ ਨਾਲ ਬਣਿਆ, ਉਸੇ ਤਰੀਕੇ ਨਾਲ ਹੀ ਜਿਹੜਾ ਕਾਰਬਨ ਹੈ ਉਹਨੂੰ ਅਲੱਗ-ਅਲੱਗ ਭਾਗਾਂ ਦੇ ਵਿੱਚ ਆਪਾਂ ਵੰਡ ਦਿੰਦੇ ਹਾਂ। ਠੀਕ ਹੈ, ਅਗਰ ਆਪਾਂ ਹੀਰੇ ਦੀ ਗੱਲ ਕਰਦੇ ਹਾਂ ਤਾਂ ਹੀਰੇ ਦੇ ਵਿੱਚ ਜਿਹੜਾ ਇੱਕ ਕਾਰਬਨ ਹੈ ਉਹ ਅੱਗੇ 4 ਹੋਰ ਕਾਰਬਨਾਂ ਦੇ ਨਾਲ ਜੁੜਿਆ ਹੁੰਦਾ। ਠੀਕ ਹੈ, ਇਸ ਕਰਕੇ ਕਿ 3 ਆਕਾਰੀ ਰਚਨਾ ਜਿਹੜੀ ਬਣਾਉਂਦਾ ਹੈ। ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੀ ਜਿਹੜੀ ਇਹਦੀ ਰਚਨਾ ਹੁੰਦੀ ਹੈ। ਦੇਖੋ, ਇਹ ਹੈਗਾ ਡਾਇਮੰਡ। ਡਾਇਮੰਡ ਦਾ ਸਟਰਕਚਰ ਇਸ ਤਰ੍ਹਾਂ ਨਾਲ ਹੁੰਦਾ ਕਿ ਇੱਕ ਕਾਰਬਨ ਹੋਰ 4 ਕਾਰਬਨਾਂ ਦੇ ਨਾਲ ਅਟੈਚ ਹੁੰਦੀ ਹੈ। ਠੀਕ ਹੈ ਜੀ, ਦੇਖੋ ਕਹਿੰਦਾ ਹਰੇਕ ਇਹਦੇ ਸਟਰਕਚਰ ਦੇ ਵਿੱਚ 4 ਕੋਵਲੈਂਟ ਬੌਂਡ ਵਿਦ ਅਦਰ ਕਾਰਬਨ ਐਟਮਸ। ਜਿਹਦਾ ਸਟਰਕਚਰ ਕੀ ਹੈ 3D ਹੈ। 3D ਦੇ ਵਿੱਚ ਆਪਾਂ ਨੂੰ ਦਿਖਾਇਆ ਹੈ ਕਿ ਹੀਰਾ ਕਿਸ ਤਰ੍ਹਾਂ ਨਾਲ ਹੁੰਦਾ ਹੈ, ਅਤੇ ਸਟਰਕਚਰ ਕਿਹੜਾ ਹੁੰਦਾ ਇਹਦਾ, ਟੈਟਰਾਹੈਡਰਲ। ਅਤੇ ਪਹਿਲੀ ਟਾਈਪ ਆ ਗਈ ਕਾਰਬਨ ਦੇ ਰੂਪਸ ਦੇ ਵਿੱਚ ਕੀ ਹੈ, ਡਾਇਮੰਡ। ਠੀਕ ਹੈ, ਸਟਰਕਚਰ ਦੇਖ ਲਓ। ਫਿਰ ਆਪਣੇ ਕੋਲ ਆ ਗਿਆ ਗ੍ਰੇਫਾਈਟ। ਗ੍ਰੇਫਾਈਟ ਵਿੱਚ ਕੀ ਹੁੰਦਾ, ਹਰੇਕ ਪਰਮਾਣੂ ਹੈ ਜਿਹੜਾ ਉਹਦਾ ਬੰਧਨ ਕਿੰਨਾ ਹੈ, 3 ਹੋਰ ਪਰਮਾਣੂਆਂ ਨਾਲ ਇੱਕ ਹੀ ਤਲ ਵਿੱਚ ਹੁੰਦਾ। ਉਹਦੇ ਵਿੱਚ ਕੀ, ਇਹਦੇ ਵਿੱਚ ਹੁੰਦਾ ਸੀ 4 ਦੇ ਨਾਲ, ਇਹਦੇ ਵਿੱਚ 3 ਕਾਰਬਨ ਦੇ ਨਾਲ। ਠੀਕ ਹੈ, ਉਹਦੇ ਵਿੱਚ ਕੀ ਹੁੰਦਾ ਸੀਗਾ, ਆਪਣੇ ਕੋਲ 3 ਬੰਧਨ ਬਣਦੇ ਸੀ, ਇਸ ਦੇ ਵਿੱਚ 6 ਕੋਣੀ, ਉਹਦੇ ਵਿੱਚ 3 ਕੋਣੀ ਬਣਦੀ ਸੀ, ਇਸ ਦੇ ਵਿੱਚ 6 ਕੋਣੀ। ਠੀਕ ਹੈ ਜੀ, ਹੋਰ ਕੀ ਹੁੰਦਾ ਕਿ ਇਹਦੇ ਵਿੱਚ ਦੇਖੋ, ਹੁਣ ਬਣਨੇ ਤਾਂ 4 ਹੋਣੇ ਚਾਹੀਦੇ ਸੀ ਪਰ ਬਣ ਰਿਹਾ ਸਿਰਫ 3। ਇਹਦਾ ਮਤਲਬ 4 ਬੈਲੈਂਸੀ ਪੂਰੀ ਕਰਨ ਲਈ ਕੁਛ ਤਾਂ ਆਪਾਂ ਨੂੰ ਕਰਨਾ ਪੈਣਾ। ਤਾਂ ਇਹ ਕੀ ਕਰਦੇ ਨੇ, ਇੱਕ ਬੰਧਨ ਨੂੰ ਦੂਹਰਾ ਬੰਧਨ ਬਣਾ ਦਿੰਦੇ ਆ, ਯਾਨੀ ਕਿ ਡਬਲ ਬੌਂਡ ਲਗਾ ਦਿੰਦੇ ਆ, ਜਿਹਦੇ ਕਰਕੇ 4 ਬੌਂਡ ਨੇ ਜਿਹੜੇ ਪੂਰੇ ਹੋ ਜਾਂਦੇ ਆ। ਕਿਸ ਤਰ੍ਹਾਂ ਨਾਲ ਕਿ ਆਪਾਂ ਦੇਖੋ, ਕਾਰਬਨ ਦੇ ਐਵੇਂ ਬਣਾ ਦਿੰਦੇ ਆ ਕਿ 3 ਹੋਰ ਨਾਲ ਅਟੈਚ ਹੋ ਗਏ, ਕਾਰਬਨਾਂ ਦੇ ਵਿੱਚ ਕੀ ਆ ਗਿਆ, ਡਬਲ ਬੌਂਡ। ਠੀਕ ਹੈ, ਜਿਹਦੇ ਕਰਕੇ ਇਹਨਾਂ ਦੀ ਸੰਯੋਜਕਤਾ ਕੀ ਹੈ, ਪੂਰੀ ਹੋ ਜਾਂਦੀ ਹੈ। ਦੇਖੋ, ਇਸ ਤਰ੍ਹਾਂ ਦੀ ਸਟਰਕਚਰ ਹੁੰਦੀ ਹੈ 6 ਕੋਣੀ। 6 ਕੋਣੀ ਕਿਉਂ ਕਹਿੰਦੇ ਆ, ਦੇਖੋ 6 ਸਾਈਡਾਂ ਵਾਲੇ ਦੇ ਵਿੱਚ ਹੈਗਜ਼ਾਗੋਨਲ ਸਟਰਕਚਰ ਮਿਲਦੇ ਆਪਾਂ ਨੂੰ, ਇਸ ਕਰਕੇ ਇਹਨੂੰ ਕਹਿੰਦੇ ਆ 6 ਕੋਣੀ। ਠੀਕ ਹੈ, ਉਹ 3D ਦੇ ਵਿੱਚ ਹੁੰਦੀ ਹੈ, ਕੀ ਹੁੰਦੀ ਹੈ, 2D ਦੇ ਵਿੱਚ ਹੁੰਦੀ ਹੈ। ਗ੍ਰੇਫਾਈਟ, ਇਹਨਾਂ ਦਾ ਨੇਚਰ ਹੈ ਜਿਹੜਾ ਅਲੱਗ-ਅਲੱਗ ਤਰ੍ਹਾਂ ਦਾ ਹੁੰਦਾ ਹੈ। ਹੀਰਾ ਜਿਹੜਾ ਦੇਖੋ ਕੀ ਹੁੰਦਾ, ਸਖਤ ਹੁੰਦਾ। ਗ੍ਰੇਫਾਈਟ ਕੀ ਹੁੰਦਾ, ਚਿਕਨਾ ਅਤੇ ਤਿਲਕਣਸ਼ੀਲ ਹੁੰਦਾ। ਠੀਕ ਹੈ, ਥਰਡ ਹੁੰਦੀ ਆਪਣੇ ਕੋਲ ਫਲੋਰੀਨ। ਫਲੋਰੀਨ ਕੀ ਆ, ਹੋਰ ਰੂਪ ਹੈ ਇਹਦਾ, ਜਿਹਦੇ ਵਿੱਚ ਕੀ ਹੁੰਦੀਆਂ ਨੇ, 60 ਕਾਰਬਨਾਂ ਹੁੰਦੀਆਂ ਨੇ। ਠੀਕ ਹੈ, ਅਤੇ ਇਹਦਾ ਜਿਹੜਾ ਸਟਰਕਚਰ ਹੈ ਉਹ ਕੀ ਹੁੰਦਾ, ਫੁੱਟਬਾਲ ਦੇ ਵਰਗਾ ਹੁੰਦਾ ਬਿਲਕੁਲ ਸਟਰਕਚਰ ਫਲੋਰੀਨ ਦਾ। ਆਪਾਂ ਸਟਰਕਚਰ ਵੀ ਦੇਖਾਂਗੇ ਕਿ ਕਿਸ ਤਰ੍ਹਾਂ ਦਾ ਹੁੰਦਾ। ਦੇਖੋ, ਇਹ ਕਿਹਦਾ ਸਟਰਕਚਰ ਆਪਣੇ ਕੋਲ, ਫਲੋਰੀਨ। ਕਾਰਬਨ ਦਾ ਕਿੰਨਵਾਂ ਰੂਪ ਹੈ, 3rd। ਪਹਿਲਾ ਕਿਹੜਾ ਸੀ, ਦੇਖੋ ਪਹਿਲਾਂ ਕਿਹੜਾ ਸੀ, ਹੀਰਾ, ਫਿਰ ਕਿਹੜਾ ਸੀ, ਗ੍ਰੇਫਾਈਟ, 3rd ਕਿਹੜਾ ਆ ਗਿਆ, ਫਲੋਰੀਨਸ। ਠੀਕ ਹੈ, ਇਸ ਤਰ੍ਹਾਂ ਆਪਾਂ 3 ਕਾਰਬਨ ਦੇ ਸਟਰਕਚਰ ਦੇਖਦੇ ਹਾਂ। ਫਲੋਰੀਨਸ ਹੁਣ ਕਿਵੇਂ ਬਣਿਆ, ਕਿਸ ਤਰ੍ਹਾਂ ਨਾਲ ਬਣਿਆ, ਉਹ ਦੇਖੋ ਕਿ ਆਪਣੇ ਕੋਲ ਇੱਕ ਆਰਕੀਟੈਕਟ ਸੀਗਾ ਅਮਰੀਕਾ ਦਾ। ਠੀਕ ਹੈ, ਉਹਦਾ ਨਾਮ ਕੀ ਸੀ, ਬਕਮਿਸਟਰ ਫੁਲਰ।
ਉਹਨੇ ਕੀ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਸੀਗਾ, ਉਹ ਕੁਝ ਹੋਰ ਚੀਜ਼ ਬਣਾ ਰਹੀ ਸੀ, ਕਿਸੇ ਹੋਰ ਚੀਜ਼ ਦਾ ਸਟਰਕਚਰ ਬਣਾ ਰਹੀ ਸੀ। ਤਾਂ ਇਹਦਾ ਜਿਹੜਾ ਡਿਜ਼ਾਈਨ ਹੈ ਬਿਲਕੁਲ ਫਲੋਰੀਨ ਦੇ ਵਰਗਾ ਸੀਗਾ, ਜਿਹੜਾ ਆਪਾਂ ਨੇ ਥਰਡ ਕੰਪਾਊਂਡ ਲੱਭਿਆ ਸੀ ਜਿਹਨੂੰ ਨੇ ਨਾਂ ਦਿੱਤਾ ਫਲੋਰੀਨ। ਠੀਕ ਹੈ, ਉਸੇ ਦੇ ਨਾਮ 'ਤੇ ਦਾ ਨਾਮ ਦਿੱਤਾ ਗਿਆ ਹੈਗਾ। ਅਗਲਾ ਹੈਗਾ ਆਪਣੇ ਕੋਲੇ ਕਾਰਬਨ ਦੀ ਬਹੁਮੁਖੀ ਪ੍ਰਕਿਰਤੀ, ਵਰਸਟਾਈਲ ਨੇਚਰ ਆਫ ਕਾਰਬਨ। ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਕਾਰਬਨ ਹੈ ਜਿਹੜਾ ਕਿਸ ਤਰ੍ਹਾਂ ਨਾਲ ਸ਼ੇਅਰ ਕਰਕੇ ਬੌਂਡ ਬਣਾ ਲੈਂਦਾ। ਤਾਂ ਵੱਡੀ ਮਾਤਰਾ ਦੇ ਵਿੱਚ ਇਹਦੇ ਜਿਹੜੇ ਯੌਗਿਕ ਨੇ ਉਹਨਾਂ ਕੋਲ ਸਮਰੱਥਾ ਹੁੰਦੀ ਹੈ ਕਿ ਉਹ ਅਲੱਗ-ਅਲੱਗ ਤਰ੍ਹਾਂ ਦੇ ਐਲੀਮੈਂਟਸ ਦੇ ਨਾਲ ਕੀ ਹੈ ਕੰਬਾਈਨ ਹੋ ਸਕਦਾ, ਜਿਸ ਤਰ੍ਹਾਂ ਕਿ ਹਾਈਡਰੋਜਨ ਦੇ ਨਾਲ ਹੋ ਗਿਆ, ਆਕਸੀਜਨ ਦੇ ਨਾਲ ਹੋ ਗਿਆ। ਠੀਕ ਹੈ, ਕਾਰਬਨ ਖੁਦ ਕਾਰਬਨ ਨਾਲ ਵੀ ਹੋ ਗਿਆ। ਇਸ ਤਰ੍ਹਾਂ ਦੇਖ ਕੇ ਆਪਾਂ ਨੇ ਕਾਰਬਨ ਨੂੰ ਦੋ ਤਰੀਕਿਆਂ ਨਾਲ ਡਿਵਾਈਡ ਕਰਤਾ। ਪਹਿਲਾ ਕਿਹੜਾ ਤਰੀਕਾ ਹੈ ਜਿਹਨੂੰ ਆਪਾਂ ਕਹਿੰਦੇ ਕੈਟੀਨੇਸ਼ਨ। ਕੈਟੀਨੇਸ਼ਨ ਦਾ ਕੀ ਮਤਲਬ ਹੈ ਕਿ ਜਿਹੜੀ ਕਾਰਬਨ ਹੈ ਉਹਦੇ ਕੋਲ ਇੰਨੀ ਪਾਵਰ ਹੁੰਦੀ ਹੈ ਕਿ ਉਹ ਆਪਣੇ ਹੀ ਅਣੂਆਂ ਦੇ ਨਾਲ ਬਹੁਤ ਵੱਡੀ ਸੰਖਿਆ ਦੇ ਵਿੱਚ ਕੀ ਹੈ ਲੜੀਆਂ ਜਾਂ ਬੰਧਨ ਬਣਾ ਸਕਦੀ ਹੈ। ਠੀਕ ਹੈ, ਕਿ ਇੱਕ ਕਾਰਬਨ ਹੋਰ ਕਿੰਨੀਆਂ ਹੀ ਕਾਰਬਨਾਂ ਨਾਲ ਅਟੈਚ ਹੋ ਸਕਦੀ ਹੈ ਕਿਸੇ ਵੀ ਤਰੀਕੇ ਦੇ ਨਾਲ। ਉਸ ਪਾਵਰ ਨੂੰ ਆਪਾਂ ਕਹਿੰਦੇ ਹਾਂ ਲੜੀ ਬੰਧਨ ਜਾਂ ਫਿਰ ਕੈਟੀਨੇਸ਼ਨ ਪਾਵਰ। ਦੇਖੋ ਆਪਾਂ ਨੂੰ ਦਿਖਾਇਆ ਹੋਇਆ ਕਿਸ ਤਰ੍ਹਾਂ ਨਾਲ ਬ੍ਰਾਂਚ ਚੇਨਸ ਕਿ ਕਾਰਬਨ ਨਾਲ ਕਾਰਬਨ ਅਟੈਚ ਹੋ ਗਿਆ, ਇੱਧਰ ਵੀ ਬ੍ਰਾਂਚਸ ਬਣਾਤੀਆਂ। ਇੱਕ ਸਿਰਫ ਲੀਨੀਅਰ ਚੇਨ ਕਿ ਸਿੱਧਾ ਸਿੱਧਾ ਅਟੈਚ ਹੋ ਗਿਆ, ਐਵੇਂ ਵੀ ਹੋ ਸਕਦਾ ਟਰਾਇੰਗੂਲਰ, ਇਸ ਤਰ੍ਹਾਂ ਦੀ ਰਿੰਗ ਸ਼ੇਪ 5 ਮੈਂਬਰਡ ਰਿੰਗ, 6 ਮੈਂਬਰਡ ਰਿੰਗ। ਇਸ ਤਰ੍ਹਾਂ ਜਿਹੜੀ ਕਾਰਬਨ ਹੈ ਕਿਸੇ ਵੀ ਤਰੀਕੇ ਨਾਲ ਜਿਹੜੀ ਕਾਰਬਨ ਨੂੰ ਜੁਆਇਨ ਕਰ ਸਕਦੀ ਹੈ। ਬਹੁਤ ਵੱਡੀਆਂ ਵੱਡੀਆਂ ਦੇਖੋ ਫਲੋਰੀਨਸ ਦੇ ਵਿੱਚ 60 ਕਾਰਬਨਸ ਨੇਗੀਆਂ। ਠੀਕ ਹੈ, ਇਸ ਕਰਕੇ ਕਿੰਨੇ ਹੀ ਵੱਡੇ ਜਿਹੜੇ ਸਟਰਕਚਰ ਨੇ ਕਾਰਬਨ ਬਣਾ ਸਕਦੇ ਆ। ਇਹਨੂੰ ਕਹਿੰਦੇ ਆ ਕੈਟੀਨੇਸ਼ਨ ਇਨ ਕਾਰਬਨਸ। ਨੈਕਸਟ ਹੈਗਾ ਕਿ ਜਿਹੜੇ ਕਾਰਬਨ ਦੀਆਂ ਲੜੀਆਂ ਨੇਗੀਆਂ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਹੋ ਸਕਦੀਆਂ ਨੇ, ਕਿਸੇ ਤਰੀਕੇ ਨਾਲ ਵੀ ਬੰਦ ਹੋ ਸਕਦੀਆਂ ਨੇ। ਦੇਖੋ ਉਹਦੇ ਵਿੱਚ ਸਿੰਗਲ ਬੌਂਡ ਵੀ ਹੋ ਸਕਦਾ ਹੈ, ਡਬਲ ਬੌਂਡ ਵੀ ਹੋ ਸਕਦਾ ਹੈ, ਜਾਂ ਫਿਰ ਟ੍ਰਿਪਲ ਬੌਂਡ ਵੀ ਹੋ ਸਕਦਾ ਹੈ। ਇੱਕ ਹੀਰੇ ਦੂਹਰੇ ਅਤੇ ਤੀਹਰੇ ਬੰਧਨ ਵੀ ਬਣਾਏ ਜਾ ਸਕਦੇ ਨੇ। ਠੀਕ ਹੈ, ਕਾਰਬਨ ਜਿਹੜੇ ਇਸ ਤਰ੍ਹਾਂ ਦੇ ਬਣਾਉਂਦੀ ਹੈ। ਹੁਣ ਦੇਖੋ ਜੇ ਤਾਂ ਆਪਣੇ ਕੋਲੇ ਕਾਰਬਨ ਦੇ ਵਿੱਚ ਸਿਰਫ ਸਿੰਗਲ ਬੌਂਡ ਬਣ ਰਿਹਾ, ਇੱਕ ਬੰਧਨ ਹੀ ਆ ਰਿਹਾ, ਉਹਨੂੰ ਆਪਾਂ ਕਹਿੰਦੇ ਸੰਤ੍ਰਿਪਤ ਯੌਗਿਕ ਜਾਂ ਫਿਰ ਸੈਚੂਰੇਟਡ ਕੰਪਾਊਂਡਸ, ਜਿਨ੍ਹਾਂ ਵਿੱਚ ਸਿਰਫ ਇੱਕ ਹੀਰੇ ਬੰਧਨ ਬਣਦੀ ਹੈ। ਠੀਕ ਹੈ, ਅਗਰ ਆਪਣੇ ਕੋਲ ਦੂਹਰੇ ਜਾਂ ਤੀਹਰੇ ਬੰਧਨ ਬਣ ਰਿਹਾ ਉਹਨਾਂ ਨੂੰ ਕਹਿੰਦੇ ਆਪਾਂ ਅਸੰਤ੍ਰਿਪਤ ਯਾਨੀ ਕਿ ਅਨਸੈਚੂਰੇਟਡ ਕੰਪਾਊਂਡਸ। ਦੋ ਤਰ੍ਹਾਂ ਦੇ ਹੋ ਗਏ, ਸੈਚੂਰੇਟਡ ਸੰਤ੍ਰਿਪਤ, ਅਨਸੈਚੂਰੇਟਡ ਅਸੰਤ੍ਰਿਪਤ। ਸੰਤ੍ਰਿਪਤ ਕਿਹੜੇ ਹੋ ਗਏ ਜਿਨ੍ਹਾਂ ਦੇ ਵਿੱਚ ਸਿਰਫ ਇੱਕ ਹੀਰਾ ਬੰਧਨ ਬਣਦਾ ਹੈ, ਸਿੰਗਲ ਬੌਂਡ। ਅਨਸੈਚੂਰੇਟਡ ਦੇ ਵਿੱਚ ਡਬਲ ਔਰ ਟ੍ਰਿਪਲ ਯਾਨੀ ਕਿ ਦੂਹਰਾ ਅਤੇ ਤੀਹਰਾ ਬੰਧਨ ਵੀ ਬਣਦਾ ਹੈ। ਕਲੀਅਰ। ਨੈਕਸਟ ਦੇਖੋ ਆਪਾਂ ਕੁਛ ਐਗਜ਼ਾਮਪਲ ਦੇਖਦੇ ਹਾਂ ਸੈਚੂਰੇਟਡ ਅਤੇ ਅਨਸੈਚੂਰੇਟਡ ਦੀ। ਜਿਸ ਤਰ੍ਹਾਂ ਕਿ ਅਲਕੇਨਸ ਹੋ ਗਈਆਂ, ਅਲਕੇਨ ਮਤਲਬ ਸਿੰਗਲ ਬੌਂਡ ਵਾਲੀਆਂ, ਜਿਵੇਂ ਕਿ ਬਿਊਟੇਨ ਦੀ ਐਗਜ਼ਾਮਪਲ ਦਿੱਤੀ ਹੈ ਅਲਕੇਨ ਦੇ ਵਿੱਚ। ਇਹਨੂੰ ਕਹਿੰਦੇ ਆਪਾਂ ਸੈਚੂਰੇਟਡ ਕਿਉਂਕਿ ਸਾਰੇ ਕਾਰਬਨ ਅਤੇ ਹਾਈਡਰੋਜਨ ਦੇ ਵਿਚਕਾਰ ਕੀ ਬਣਿਆ ਹੋਇਆ ਸਿੰਗਲ ਬੌਂਡ। ਫਿਰ ਆਪਣੇ ਕੋਲ ਹੈਗਾ ਐਲਕੀਨਸ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਅਨਸੈਚੂਰੇਟਡ, ਐਲਕੀਨਸ ਐਂਡ ਐਲਕਾਈਨਸ। ਐਲਕੀਨ ਮਤਲਬ ਡਬਲ ਬੌਂਡ, ਐਲਕਾਈਨ ਮਤਲਬ ਟ੍ਰਿਪਲ ਬੌਂਡ, ਦੂਹਰਾ ਅਤੇ ਤੀਹਰਾ ਬੰਧਨ। ਠੀਕ ਹੈ, ਹੁਣ ਦੇਖੋ ਇਥੀਨ ਦੀ ਐਗਜ਼ਾਮਪਲ ਹੈ, ਇਹ 'ਚ ਡਬਲ ਬੌਂਡ ਹੈ ਤਾਂ ਕਿ ਇਹ ਅਨਸੈਚੂਰੇਟਡ। ਇਹਦੇ ਵਿੱਚ ਟ੍ਰਿਪਲ ਬੌਂਡ ਹੈ, ਇਹ ਕੀ ਹੈ ਅਨਸੈਚੂਰੇਟਡ। ਠੀਕ ਹੈ, ਇਸ ਤਰ੍ਹਾਂ ਨਾਲ ਆਪਾਂ ਸੈਚੂਰੇਟਡ ਅਤੇ ਅਨਸੈਚੂਰੇਟਡ ਨੂੰ ਡਿਫਰੈਂਸ਼ੀਏਟ ਕਰ ਸਕਦੇ ਹਾਂ। ਦੇਖੋ ਕਹਿੰਦੇ ਕਾਰਬਨ ਦੇ ਯੌਗਿਕਾਂ ਵਿੱਚ ਜਿਸ ਸੀਮਾ ਤੱਕ ਲੜੀ ਬੰਧਨ ਦਾ ਗੁਣ ਹੈ ਉਹ ਹੋਰ ਕਿਸੇ ਤੱਤ ਵਿੱਚ ਨਹੀਂ ਹੈ। ਕਿ ਬਹੁਤ ਜ਼ਿਆਦਾ ਵੱਡੀਆਂ ਜਿੰਨੀਆਂ ਆਪਾਂ ਸੋਚ ਸਕਦੇ ਹਾਂ ਲੰਬੀਆਂ ਚੇਨਸ ਨੇ ਜਿਹੜੀਆਂ ਬਣਾ ਸਕਦੇ ਆ। ਠੀਕ ਹੈ, ਬਣਾਉਂਦੇ ਤਾਂ ਹੋਰ ਵੀ ਨੇ ਜਿਵੇਂ ਸਲਫਰ, ਸਿਲੀਕੋਨ, ਇਹ ਵੀ ਬਣਾਉਂਦੇ ਆ, ਬਟ ਇਹ 7-8 ਤੱਕ ਇਹਨਾਂ ਦੀ ਹੱਦ ਹੁੰਦੀ ਹੈ ਕਿ ਇੰਨੀ ਕੁ ਲੜੀ ਇਹ ਬਣਾ ਸਕਦੇ ਆ। ਠੀਕ ਹੈ, ਪਰ ਕਾਰਬਨ ਕਿੱਡੀਆਂ ਵੀ ਲੜੀਆਂ ਬਣਾ ਸਕਦੇ ਆ। ਸੈਕਿੰਡ ਇਹਦਾ ਮੇਨ ਪਾਰਟ ਹੈਗਾ ਟੈਟਰਾਵੈਲੈਂਸੀ, ਕਿ ਕਾਰਬਨ ਇੱਕ ਇਕਲੌਤਾ ਇਹੋ ਜਿਹਾ ਗਾ ਕਿ ਨਾ ਹੀ ਤਾਂ ਉਹ 4 ਕਿਸੇ ਨੂੰ ਦਿੰਦਾ ਇਲੈਕਟ੍ਰੋਨ, ਨਾ ਹੀ 4 ਇਲੈਕਟ੍ਰੋਨ ਕਿਸੇ ਤੋਂ ਲੈਂਦਾ। ਇਸ ਕਰਕੇ ਇਹਦੇ ਵਿੱਚ ਸਭ ਤੋਂ ਵਧੀਆ ਬੌਂਡਿੰਗ ਹੁੰਦੀ ਹੈ, ਸਹਿ ਸੰਯੋਜਕ ਬੰਧਨ ਬਣਦੇ ਆ ਜਿਹਨੂੰ ਆਪਾਂ ਕੋਵਲੈਂਟ ਬੌਂਡ ਕਹਿੰਦੇ ਹਾਂ। ਕਿਹਦੇ ਕਰਕੇ ਬਣਦੇ ਆ? ਸ਼ੇਅਰਿੰਗ ਆਫ ਇਲੈਕਟ੍ਰੋਨਸ ਦੇ ਕਰਕੇ, ਕਿ ਨਾ ਤਾਂ ਇਹ 4 ਇਲੈਕਟ੍ਰੋਨ ਦਿੰਦਾ ਅਤੇ ਨਾ ਹੀ 4 ਇਲੈਕਟ੍ਰੋਨਸ ਨੂੰ ਲੈਂਦਾ। ਇਹ ਕੀ ਕਰਦਾ? ਸਿਰਫ ਸ਼ੇਅਰਿੰਗ ਕਰਦਾ। ਠੀਕ ਹੈ, ਤਾਂ ਜੋ ਦੋਨਾਂ ਦਾ ਹੀ ਕੀ ਹੈ ਆਕਟੇਟ ਜਾਂ ਡਿਊਪਲੇਟ ਪੂਰਾ ਹੋ ਜੇ। ਦੇਖੋ ਕਿ ਜਿਹੜਾ ਕਾਰਬਨ ਆ ਉਹਦੀ ਸੰਯੋਜਕਤਾ ਕਿੰਨੀ ਹੈ? 4 ਹੈ। ਇਹਦੇ ਲਈ ਮਤਲਬ ਕਿ ਕਾਰਬਨ ਹੈ ਜਿਹੜਾ 4 ਪਰਮਾਣੂ ਹੋਰ ਆਪਣੇ ਨਾਲ ਆਲੇ ਦੁਆਲੇ ਕੀ ਹੈ ਜੋੜ ਸਕਦਾ। ਉਹਦੇ ਕੋਲ ਇੰਨੀ ਸਮਰੱਥਾ ਹੈ ਕਿ ਉਹ 4 ਕਾਰਬਨ, ਹਾਈਡਰੋਜਨ ਜਾਂ ਕਿਸੇ ਵੀ ਤਰ੍ਹਾਂ ਦੀ ਜਿਨ੍ਹਾਂ ਕੋਲ ਲਾਸਟ ਵਾਲੇ ਸ਼ੈਲ ਦੇ ਵਿੱਚ 1 ਇਲੈਕਟ੍ਰੋਨ ਹੈ ਉਹਨਾਂ ਨਾਲ ਕੀ ਬੰਧਨ ਬਣਾ ਸਕਦਾ ਹੈ।
देखो अगर बंधन बनाऊगा तो की हुंदा है कि ਜਿਹੜੇ ਦੇ ਯੌਗਿਕ ਨੇ ਉਹ ਅਸਾਧਾਰਨ ਤੌਰ 'ਤੇ ਸਥਾਈ ਹੁੰਦੇ ਹਨ। ਕਾਰਬਨ ਦੁਆਰਾ ਪ੍ਰਬਲ ਬੰਧਨਾਂ ਦੇ ਨਿਰਮਾਣ ਦਾ ਇੱਕ ਕਾਰਨ ਇਸ ਦਾ ਛੋਟਾ ਆਕਾਰ ਵੀ ਹੈ ਕਿ ਇਹਦਾ ਆਕਾਰ ਛੋਟਾ ਹੈ। ਇਹ ਕੀ ਆ ਆਸਾਨੀ ਨਾਲ ਇਲੈਕਟ੍ਰੋਨ ਨੂੰ ਆਪਣੇ ਆਲੇ ਦੁਆਲੇ ਕੀ ਹੈ ਸਾਂਝੇ ਕਰਕੇ ਮਜ਼ਬੂਤੀ ਨਾਲ ਉਹਨਾਂ 'ਤੇ ਪਕੜ ਵੀ ਰੱਖਦਾ। ਨਿਊਕਲੀਅਸ ਦੇ ਦੁਆਲੇ ਜਿਹੜੇ ਇਲੈਕਟ੍ਰੋਨ ਨੇ ਉਹ ਕੀ ਬੰਨੇ ਰਹਿੰਦੇ ਆ। ਠੀਕ ਹੈ, ਇਹ ਫਿਰ ਆਪਣੇ ਕੋਲ ਡੈਫੀਨੇਸ਼ਨ ਆ ਗਈ ਕਿ ਸਾਰੇ ਪਰਮਾਣੂਆਂ ਦੀ ਸੰਯੋਜਕਤਾ ਉਹਨਾਂ ਵਿਚਕਾਰ ਬਣੇ ਇੱਕ ਹੇਰੇ ਬੰਧਨ ਨਾਲ ਸੰਤੁਸ਼ਟ ਹੁੰਦੀ ਹੈ, ਯਾਨੀ ਕਿ ਸਿਰਫ ਸਿੰਗਲ ਬੌਂਡ ਬਣਦਾ ਹੈ। ਉਹਨੂੰ ਕਹਿੰਦੇ ਆਪਾਂ ਸੰਤ੍ਰਿਪਤ ਯੌਗਿਕ। ਇਹ ਕੀ ਹੁੰਦੇ ਨੇ ਜ਼ਿਆਦਾਤਰ ਕਿਰਿਆਸ਼ੀਲ ਨਹੀਂ ਹੁੰਦੇ, ਘੱਟ ਹੀ ਰਿਐਕਟ ਕਰਦੇ ਆ। ਨੈਕਸਟ ਆਪਣੇ ਕੋਲ ਹੈਗੇ ਕਿ ਜਿਨ੍ਹਾਂ ਦੇ ਵਿੱਚ ਦੂਹਰਾ ਜਾਂ ਤੀਹਰਾ ਬੰਧਨ ਹੁੰਦਾ ਉਹਨੂੰ ਕਹਿੰਦੇ ਆਪਾਂ ਅਸੰਤ੍ਰਿਪਤ, ਯਾਨੀ ਕਿ C ਡਬਲ ਬੌਂਡ C ਟ੍ਰਿਪਲ ਬੌਂਡ C। ਇਸ ਤਰ੍ਹਾਂ ਦੇ ਜਿਹੜੇ ਹੁੰਦੇ ਉਹਨਾਂ ਨੂੰ ਕਹਿੰਦੇ ਆ ਅਸੰਤ੍ਰਿਪਤ। ਠੀਕ ਹੈ, ਇਹ ਕੀ ਹੁੰਦੇ ਨੇ ਬਹੁਤ ਜ਼ਿਆਦਾ ਕਿਰਿਆਸ਼ੀਲ ਹੁੰਦੇ ਆ। ਨੈਕਸਟ ਆਪਣੇ ਕੋਲ ਹੈਗਾ ਲੜੀਆਂ, ਸ਼ਾਖਾਵਾਂ ਅਤੇ ਛੱਲੇ ਕਿ ਜਿਹੜੀ ਕਾਰਬਨ ਹੈ ਉਹਦੇ ਕੋਲ ਕੀ ਪ੍ਰੋਪਰਟੀਆਂ ਨੇ ਕਿ ਉਹ ਅਲੱਗ-ਅਲੱਗ ਤਰੀਕੇ ਦੇ ਨਾਲ ਆਪਣੇ ਆਪ ਨਾਲ ਬੰਧਨ ਬਣਾ ਸਕਦਾ ਹੈ। ਜਿਸ ਤਰ੍ਹਾਂ ਕਿ ਆਪਾਂ ਕਹਿੰਦੇ ਸਟਰਕਚਰਲ ਆਈਸੋਮਰ ਕਿ ਸਮਅੰਗਕ। ਦੇਖੋ ਸਟਰਕਚਰ ਬਣਾਇਆ ਕਿ ਇਹ ਕਾਰਬਨਾਂ 4 ਨੇ ਜਿਹੜੀਆਂ ਐਵੇਂ ਵੀ ਜੁਆਇਨ ਕਰ ਸਕਦੀਆਂ ਸੀਆਂ, ਇਸ ਤਰ੍ਹਾਂ ਨਾਲ ਵੀ ਕਰ ਸਕਦੀਆਂ ਨੇ। ਤੇ ਇਹਨਾਂ ਦਾ ਦੇਖੋ ਨਾਮ ਅਲੱਗ ਹੋ ਗਿਆ ਨਾ, ਬਿਊਟੇਨ, ਆਈਸੋਬਿਊਟੇਨ। ਸਾਰਿਆਂ ਦੇ ਵਿੱਚ ਕਾਰਬਨ ਕਿੰਨੇ ਹੈ 4, ਯਾਨੀ ਕਿ ਇਹ ਕੀ ਆਪਸ ਦੇ ਵਿੱਚ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਜੁੜ ਸਕਦੇ ਆ। ਇਹ ਦੇਖੋ ਆਈਸੋਮਰ ਹੋਰ ਵੀ ਕਈ ਤਰ੍ਹਾਂ ਦੇ ਹੁੰਦੇ ਆ ਕਿ ਇਸ ਤਰ੍ਹਾਂ ਵੀ ਜੁਆਇਨ ਕਰ ਸਕਦੇ ਆ, ਐਵੇਂ ਵੀ ਕਰ ਸਕਦੇ ਆ। ਇਹ ਤੁਹਾਡੇ ਸਿਲੇਬਸ 'ਚ ਨਹੀਂ ਕਿ ਆਪਾਂ ਡਿਟੇਲ 'ਚ ਕਰੀਏ, ਇਸ ਤਰ੍ਹਾਂ ਵੀ ਜੁਆਇਨ ਕਰ ਸਕਦੇ ਆ, ਇਸ ਤਰ੍ਹਾਂ ਵੀ ਜੁਆਇਨ ਕਰ ਸਕਦੇ ਆ। ਠੀਕ ਹੈ, ਨੈਕਸਟ ਹੈਗਾ ਇਹਨਾਂ ਵਿੱਚੋਂ ਸੰਤ੍ਰਿਪਤ ਯੌਗਿਕਾਂ ਨੂੰ ਐਲਕੇਨ ਆਖਦੇ ਹਨ ਅਤੇ ਅਸੰਤ੍ਰਿਪਤ ਨੂੰ ਕੀ ਕਹਿੰਦੇ ਆ ਐਲਕੀਨ ਔਰ ਐਲਕਾਈਨ। ਪੜ੍ਹਿਆ ਨਾ ਆਪਾਂ ਨੇ ਹੁਣੀ ਐਲਕੀਨ, ਐਲਕੇਨ, ਐਲਕਾਈਨ। ਦੇਖੋ ਇਹ ਆਪਣੇ ਕੋਲ ਐਗਜ਼ਾਮਪਲਾਂ ਦਿੱਤੀਆਂ ਨੇ। ਜਿਨ੍ਹਾਂ ਵਿੱਚ ਡਬਲ ਬੌਂਡ ਹੁੰਦਾ ਉਹ ਕੀ ਹੁੰਦੇ ਨੇ ਐਲਕੀਨ। ਜਿਨ੍ਹਾਂ ਦੇ ਵਿੱਚ ਟ੍ਰਿਪਲ ਬੌਂਡ ਹੁੰਦਾ ਐਲਕਾਈਨ। ਟ੍ਰਿਪਲ ਬੌਂਡ, ਡਬਲ ਬੌਂਡ, ਐਲਕੇਨ ਸਿਰਫ ਸਿੰਗਲ ਬੌਂਡ। ਠੀਕ ਹੈ, ਇਸ ਤਰੀਕੇ ਨਾਲ ਆਪਾਂ ਨੇ ਸਿਰਫ ਇਕੱਲੀਆਂ ਐਲਕੀਨਸ ਦੀਆਂ ਐਗਜ਼ਾਮਪਲਾਂ ਨੇ ਡਬਲ ਬੌਂਡ ਵਾਲੇ ਦੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਡਬਲ ਬੌਂਡ ਇੱਕ ਵਾਰ ਜ਼ਰੂਰ ਜਿਹੜਾ ਵਿੱਚ ਆਇਆ ਹੋਊਗਾ, ਇੱਕ ਤੋਂ ਵੱਧ ਵਾਰ ਵੀ ਹੋ ਸਕਦਾ। ਨੈਕਸਟ ਹੁੰਦਾ ਐਲਕੀਨ। ਦੇਖੋ ਆਪਣੇ ਕੋਲ ਪੂਰੀ ਚੰਗੀ ਤਰ੍ਹਾਂ ਨਾਲ ਦੱਸਿਆ ਹੋਇਆ ਕਿ ਐਲਕੇਨ ਜਿਨ੍ਹਾਂ ਦੇ ਵਿੱਚ ਸਾਰੇ ਸਿੰਗਲ ਬੌਂਡ ਹੋਣਗੇ, ਐਲਕੀਨ ਜਿਹਦੇ ਵਿੱਚ ਇੱਕ ਡਬਲ ਬੌਂਡ ਹੋ ਸਕਦਾ, ਵੱਧ ਵੀ ਹੋ ਸਕਦੇ ਆ, ਐਲਕਾਈਨਸ ਜਿਹਦੇ ਵਿੱਚ ਇੱਕ ਟ੍ਰਿਪਲ ਬੌਂਡ ਹੋਊਗਾ। ਇਹ ਤਿੰਨੇ ਤੁਸੀਂ ਯਾਦ ਰੱਖਣੇ ਆ। ਮੂਹਰੇ ਦੇਖੋ ALK ਹੀ ਪਿਆ ਸਭ ਦੇ। ਠੀਕ ਹੈ, ਜੇ ਆਪਣੇ ਕੋਲ ਸਿੰਗਲ ਬੌਂਡ ਹੋਵੇ ਕਿਸੇ ਦੇ ਵੀ ਤਾਂ ਆਪਾਂ ਪਿੱਛੇ ਲਾ ਦਾਂਗੇ ਏਨ, ਈਨ, ਆਈਨ। ਸਿੰਗਲ ਡਬਲ ਟ੍ਰਿਪਲ ਦੇ ਮੂਹਰੇ ਆਪਾਂ ਫਾਰਮੂਲਾ ਲਿਖ ਕੇ ਕਿ ਕਿੰਨੀਆਂ ਕਾਰਬਨਾਂ ਨੇ, ਜਿਵੇਂ ਬਿਊਟੇਨ, ਬਿਊਟੀਨ, ਬਿਊਟਾਈਨ। ਠੀਕ ਹੈ, ਇਸ ਤਰ੍ਹਾਂ ਨਾਲ ਆਪਾਂ ਦੱਸ ਸਕਦੇ ਹਾਂ ਕਿ ਸਿੰਗਲ ਬੌਂਡ ਹੈ, ਡਬਲ ਹੈ ਜਾਂ ਟ੍ਰਿਪਲ ਬੌਂਡ ਹੈ। ਜਿਹੜੇ ਆਪਣੇ ਕੋਲੇ ਬਣਦੇ ਆ ਮੀਥੇਨ, ਈਥੇਨ, ਪ੍ਰੋਪੇਨ, ਇਹਨਾਂ ਨੂੰ ਆਪਾਂ ਕਹਿੰਦੇ ਹਾਂ ਹਾਈਡਰੋਕਾਰਬਨਸ। ਠੀਕ ਹੈ, ਤਾਂ ਹਾਈਡਰੋਕਾਰਬਨਸ ਦੇ ਵਿੱਚ ਕੀ ਹੁੰਦਾ ਇਹ ਤੱਤ ਇੱਕ ਜਾਂ ਵੱਧ ਹਾਈਡਰੋਜਨਾਂ ਨੂੰ ਇਸ ਪ੍ਰਕਾਰ ਵਿਸਥਾਪਿਤ ਕਰਦੇ ਹਨ ਕਿ ਕਾਰਬਨ ਦੀ ਸੰਯੋਜਕਤਾ ਪੂਰੀ ਰਹਿੰਦੀ ਹੈ। ਕੀ ਕਰਿਆ ਆਪਾਂ ਨੇ ਇੱਕ ਹਾਈਡਰੋਜਨ ਘਟਾਤਾ। ਦੇਖੋ ਜਿਵੇਂ ਸੀ ਆਪਣੇ ਕੋਲੇ ਕਾਰਬਨ ਸੀ, ਇਹਨਾਂ ਦੇ ਦੁਆਲੇ ਕਿੰਨੇ ਹਾਈਡਰੋਜਨ ਸੀ 3 ਹਾਈਡਰੋਜਨ ਸੀ। ਆਪਾਂ ਨੇ ਕੀ ਕਰਿਆ ਹੀਟ ਕਰਕੇ ਇਹਦੀ ਸੰਯੋਜਕਤਾ ਘਟਾਤੀ, ਯਾਨੀ ਕਿ 2 ਹਾਈਡਰੋਜਨ ਰਿਲੀਜ਼ ਕਰਤੇ। ਹੁਣ ਆਪਣੇ ਕੋਲ ਜਿਹੜਾ ਨਵਾਂ ਕੰਪਾਊਂਡ ਬਣਿਆ ਉਹਦੇ ਕੋਲ ਕਾਰਬਨ ਤਾਂ 2 ਹੀ ਰਹਿਣਗੇ, ਹਾਈਡਰੋਜਨ ਕਿੰਨੇ ਰਹਿ ਗਏ 2, ਇਹਦੇ ਕਿੰਨੇ ਰਹਿ ਗਏ 2। ਦੇਖੋ ਹੁਣ ਆਪਾਂ ਕਾਰਬਨ ਨੰਬਰ 1 ਅਤੇ 2 ਮੰਨ ਲੈਂਦੇ ਹਾਂ। ਇਸ ਕਾਰਬਨ ਦੇ ਕਿੰਨੇ ਬੌਂਡ ਪੂਰੇ ਹੈ 1 2 3। ਇਸ ਦੇ ਕਿੰਨੇ ਪੂਰੇ ਆ 1 2 3। ਪਰ ਆਪਾਂ ਨੂੰ ਪਤਾ ਕਿ ਕਾਰਬਨ ਨੂੰ ਕਿੰਨੇ ਬੌਂਡ ਕੰਪਲੀਟ ਕਰਨੇ ਹੁੰਦੇ ਆ 4। ਇਸ ਕਰਕੇ ਆਪਾਂ ਨੇ ਵਿੱਚ ਕੀ ਬਣਾਤਾ ਇੱਕ ਡਬਲ ਬੌਂਡ। ਠੀਕ ਹੈ, ਇਹੀ ਕਹਿੰਦੇ ਇਹ ਕਿ ਹਾਈਡਰੋਜਨ ਨੂੰ ਵਿਸਥਾਪਿਤ ਕਰ ਦਿੰਦੇ ਆ ਅਤੇ ਕੋਈ ਨਵੀਂ ਚੀਜ਼ ਲਗਾ ਦਿੰਦੇ ਆ। ਜਿਹੜੇ ਵਿਸਥਾਪਿਤ ਕਰਦੇ ਉਹਨਾਂ ਨੂੰ ਕਹਿੰਦੇ ਆਪਾਂ ਵਿਖਮ ਪਰਮਾਣੂ। ਠੀਕ ਹੈ, ਬਹੁਤ ਸਾਰੇ ਅਲੱਗ-ਅਲੱਗ ਗੁਣਾਂ ਵਾਲੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਹੁੰਦੇ ਆ ਵਿਖਮ ਪਰਮਾਣੂ ਹੁੰਦੇ ਆ, ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਗੁਣ ਹੁੰਦੇ ਆ ਕਿ ਉਹ ਹਾਈਡਰੋਜਨ ਨੂੰ ਵਿਸਥਾਪਿਤ ਕਰ ਸਕਦੇ ਆ, ਆਪਣੀ ਜਗ੍ਹਾ ਤੋਂ ਹਟਾ ਸਕਦੇ ਆ। ਠੀਕ ਹੈ, ਇਹਨਾਂ ਚੀਜ਼ਾਂ ਨੂੰ ਆਪਾਂ ਕੀ ਕਹਿੰਦੇ ਆ ਫੰਕਸ਼ਨਲ ਗਰੁੱਪਸ। ਫੰਕਸ਼ਨਲ ਗਰੁੱਪ ਕੀ ਕਰਦੇ ਆ ਹਾਈਡਰੋਜਨ ਨੂੰ ਬਾਹਰ ਕਢਾ ਦਿੰਦੇ ਆ ਅਤੇ ਖੁਦ ਉਹਦੀ ਜਗ੍ਹਾ 'ਤੇ ਆ ਕੇ
ਲੱਗ ਜਾਂਦੀ ਹੈ। ਜਿਸ ਤਰ੍ਹਾਂ ਨਾਲ ਕਿ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ, ਆਪਣੇ ਕੋਲ ਸੀ CH4, ਕੀ ਪਤਾ ਆਪਾਂ ਨੇ HX ਕੀ ਆਪਣੇ ਕੋਲ ਹੈਲੋਜਨ ਹੈ, ਯਾਨੀ ਕਿ ਕਲੋਰੀਨ, ਬ੍ਰੋਮੀਨ, ਆਇਓਡੀਨ ਕੁਝ ਵੀ ਹੋ ਸਕਦਾ ਹੈ। ਤਾਂ ਜਦੋਂ ਰਿਐਕਟ ਕਰਾਇਆ ਆਪਣੇ ਕੋਲ ਕੀ ਬਣ ਗਿਆ, CH3 ਤੇ X, ਯਾਨੀ ਕਿ ਜਿਹੜਾ H ਹੈ X ਨੇ ਕੀ ਕਰਤਾ, ਬਾਹਰ ਕੱਢਤਾ, ਨਾਲ ਕੀ ਬਣ ਗਿਆ ਆਪਣੇ ਕੋਲ H2, ਕਿਉਂਕਿ ਇੱਕ H ਇਹ ਸੀ, ਇੱਕ H ਇੱਥੋਂ ਬਾਹਰ ਨਿਕਲ ਗਿਆ, ਤਾਂ ਕੀ ਬਣ ਗਿਆ ਆਪਣੇ ਕੋਲ CH3X, ਨਾਲ ਕੀ ਬਣ ਗਿਆ H2। ਜਿਹੜਾ X ਹੈ ਇਹਨੂੰ ਕੀ ਕਹਿੰਦੇ ਆਪਾਂ, ਫੰਕਸ਼ਨਲ ਗਰੁੱਪ, ਜਿਹੜਾ ਕਿ ਬਾਹਰੋਂ ਆ ਕੇ ਲੱਗ ਗਿਆ। ਦੇਖੋ ਫੰਕਸ਼ਨਲ ਗਰੁੱਪ ਦੀਆਂ ਐਗਜ਼ਾਮਪਲਸ, ਸਿੰਗਲ ਬੌਂਡ ਐਲਕੇਨ ਕਹਾਂਗੇ, ਡਬਲ ਬੌਂਡ 2 ਵਾਰੀ ਬੌਂਡ ਹੋ ਗਿਆ, ਐਲਕੀਨ 3 ਵਾਰੀ ਹੋ ਗਿਆ, ਐਲਕਾਈਨ। ਇਹ ਕੀ ਆਪਣੇ ਕੋਲ ਬੈਂਜ਼ੀਨ ਰਿੰਗ ਹੈ, ਇਹ ਕੀ ਹੈ ਅਮਾਈਨ। ਇਹ ਸਾਰੇ ਫੰਕਸ਼ਨਲ ਗਰੁੱਪ ਨੇ। ਐਲਕੋਹਲ ਦਾ OH, ਈਥਰ ਦਾ ROR, ਐਲਕਾਈਲ ਹਲਾਈਡ ਦਾ RX, ਠੀਕ ਹੈ। ਥਾਇਓਲ ਦਾ ਐਲਡੀਹਾਈਡ, ਕੀਟੋਨ ਦਾ ਕੀ ਹੁੰਦਾ C ਡਬਲ ਬੌਂਡ O, ਐਲਡੀਹਾਈਡ ਦਾ CHO। ਇਹ ਸਾਰੇ ਕੀ ਨੇ, ਫੰਕਸ਼ਨਲ ਗਰੁੱਪ ਨੇ ਆਪਣੇ ਕੋਲ, ਠੀਕ ਹੈ ਜੀ। ਅੱਜ ਆਪਾਂ ਇਹ ਟੌਪਿਕ ਇੰਨਾ ਹੀ ਕਰਾਂਗੇ। ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਸਮਝ ਆਈ ਹੋਏਗੀ, ਵੀਡੀਓ ਪਸੰਦ ਆਈ ਹੋਏਗੀ। ਅਗਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੈ, ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਡਾਊਟ ਸ਼ੇਅਰ ਕਰ ਸਕਦੇ ਹੋ। ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰੋ, ਜਿਹਦਾ ਕਿ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ, ਜਿੱਥੇ ਤੁਹਾਡੇ ਸਾਰੇ ਡਾਊਟਸ ਕਲੀਅਰ ਕੀਤੇ ਜਾਣਗੇ। ਇਹੀ ਵੀਡੀਓ ਦਾ PDF ਵੀ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਹੀ ਪ੍ਰੋਵਾਈਡ ਕੀਤਾ ਜਾਵੇਗਾ। ਉੱਥੇ ਬਹੁਤ ਸਾਰੇ ਕੁਇਜ਼ ਦੇ ਕੁਐਸਚਨਸ ਵੀ ਹੁੰਦੇ ਆ, ਜਿਨ੍ਹਾਂ ਨੂੰ ਤੁਸੀਂ ਟਰਾਈ ਕਰਕੇ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਕਿੰਨੀ ਕੁ ਤਿਆਰੀ ਹੋ ਚੁੱਕੀ ਹੈ। ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ।